मैं चो मैनू टोलन लग्या, मन दे बूहे खोलन लग्या, तेरा चेहरा नजरियां आवे, अपना आप फरोलन लग्या। सत श्री अकाल जी, मैं हाँ बलविंदर और अज असी इकट्ठे होए हाँ एक ऐसी सरगर्मी लैके, एक ऐसी कोशिश लैके जिहड़ी कला लई नायाब है ते जिहड़ियां सानू याद रखियां जाण वालियां सिनफां ने उहदे विच साडी किते गल तुरन दी आस भी बनदी है। जी हाँ, ਅਸੀਂ ਮਨਾ ਰਹੇ ਹਾਂ ਪਹਿਲਾ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ। ਬੋਹੇਮੀਆ ਮੰਚ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਥੀਏਟਰ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਇੱਕ ਮਹਾਮਾਰੀ ਨਾਲ ਲੜ ਰਹੇ ਹਾਂ, ਇੱਕ ਆਫਤ ਨਾਲ ਲੜ ਰਹੇ ਹਾਂ ਔਰ ਘਰਾਂ 'ਚ ਬੰਦ ਹੋਏ ਆ ਜਾਂ ਜਿਹੜੇ ਨਿਕਲ ਵੀ ਰਹੇ ਆ ਘਰਾਂ 'ਚੋਂ ਲੇਕਿਨ ਡਰਦੇ ਡਰਦੇ ਖੌਫਜ਼ਦਾ ਹੋ ਕੇ ਕਿ ਆ ਨਾ ਹੋ ਜੇ, ਉਹ ਨਾ ਹੋ ਜੇ, ਐਸੀ ਸਥਿਤੀ ਦੇ ਵਿੱਚ ਅਸੀਂ ਅਜਿਹੀਆਂ ਕਲਾਵਾਂ ਨੂੰ ਇਕੱਠੇ ਮਿਲਣ ਨੂੰ, ਇਕੱਠੀਆਂ ਮਿਲਣੀਆਂ ਨੂੰ, ਮੁਲਾਕਾਤਾਂ ਨੂੰ ਅਸੀਂ ਕਿਵੇਂ ਕੰਟੀਨਿਊ ਰੱਖ ਸਕਦੇ ਹਾਂ, ਕਿਵੇਂ ਨਿਰੰਤਰ ਰੱਖ ਸਕਦੇ ਹਾਂ, ਇਹ ਕੋਸ਼ਿਸ਼ ਸਾਨੂੰ ਆਨਲਾਈਨ ਮਿਲ ਰਹੀ ਹੈ। ਜੀ ਹਾਂ, ਇਸ ਥੀਏਟਰ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਪੂਰੀ ਦੀ ਪੂਰੀ ਬੋਹੇਮੀਆ ਮੰਚ ਵੱਲੋਂ, ਉਹਦੇ ਵਿੱਚ ਅੱਜ ਸਾਡੇ ਨਾਲ ਕੁਝ ਮਹਿਨਾਜ਼ ਹਸਤੀਆਂ ਸ਼ਾਮਲ ਨੇ। ਲੇਕਿਨ ਸਭ ਤੋਂ ਪਹਿਲਾਂ ਮੈਂ ਇੱਕ ਤਾਰੁਫ ਕਰਾਉਣਾ ਚਾਹਨਾ ਵਰਿਆਮ ਮਸਤ ਜੀ ਨਾਲ, ਜਿਹੜੇ ਪੰਜਾਬੀ ਦੇ ਥੀਏਟਰਿਸਟ ਨੇ, ਰੰਗ ਕਰਮੀ ਨੇ ਔਰ ਉਹਨਾਂ ਦੇ ਸੁਨਹਿਰੀ ਬੋਲ ਨੇ, ਦੁਆਵਾਂ ਨੇ ਕਿ ਸਾਡੇ ਜਿਹੜੇ ਨਵੇਂ ਲੋਕ ਨੇ, ਪੁਰਾਣੇ ਲੋਕ ਨੇ ਜਾਂ ਥੀਏਟਰ ਨਾਲ ਜੁੜੀਆਂ ਹੋਈਆਂ ਹਸਤੀਆਂ ਨੇ, ਕਲਾਕਾਰ ਨੇ, ਰੰਗ ਕਰਮੀ ਨੇ, ਉਹ ਕੀ ਕਰਨ ਅਜਿਹੀ ਸਥਿਤੀ ਵਿੱਚ ਜਦੋਂ ਅਸੀਂ ਸਾਰੇ ਆਪਣੀਆਂ ਸੀਮਾਵਾਂ ਦੇ ਵਿੱਚ ਮਹਦੂਦ ਹੋ ਕੇ, ਸੀਮਤ ਹੋ ਕੇ ਰਹਿ ਰਹੇ ਹਾਂ। ਸੁਨਹਿਰੀ ਬੋਲ ਵਰਿਆਮ ਮਸਤ ਜੀ। ਬੋਹੇਮੀਅਨ ਥੀਏਟਰ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਉਹਨਾਂ ਇਹ ਉਪਰਾਲਾ ਉਸ ਵਕਤ ਕੀਤਾ ਹੈ ਜਦੋਂ ਕਿ ਰੰਗਮੰਚ ਦੇ ਕਲਾਕਾਰਾਂ, ਨਿਰਦੇਸ਼ਕਾਂ ਤੇ ਅਦਾਕਾਰਾਂ ਨੂੰ ਥੀਏਟਰ ਦੇ ਉੱਤੇ ਆਪਣਾ ਰੰਗਮੰਚ ਕਰਨ ਦੇ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਨੇ। ਮੈਂ ਸਮਝਦਾ ਹਾਂ ਕਿ ਇਹ ਮੰਚ ਜੋ ਹੈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕਲਾਕਾਰਾਂ ਨੂੰ ਇੱਕ ਵਰਚੁਅਲ ਰੰਗਮੰਚ ਦੇ ਨਾਲ ਜੋੜਨ ਦੇ ਵਿੱਚ ਪੂਰਨ ਰੂਪ ਦੇ ਵਿੱਚ ਸਫਲ ਹੋਵੇਗਾ। ਅੱਜ ਦਾ ਜੋ ਪ੍ਰੋਗਰਾਮ ਹੋ ਰਿਹਾ ਹੈ ਉਸ ਦੇ ਮੰਚ ਦਾ ਸੰਚਾਲਕ ਡਾਕਟਰ ਬਲਵਿੰਦਰ ਜੀ, ਜੋ ਕਿ ਜ਼ੀ ਟੀਵੀ ਦੇ ਨਾਲ ਜੁੜੇ ਹੋਏ ਨੇ, ਕਰਨਗੇ ਤੇ ਇਸ ਮੰਚ ਤੋਂ ਕੀਰਤੀ ਕਿਰਪਾਲ ਜੀ ਆਪਣੇ ਨਾਟਕ ਦੀ ਪੇਸ਼ਕਾਰੀ ਕਰਨਗੇ। ਕੀਰਤੀ ਕਿਰਪਾਲ ਜੀ 20-25 ਸਾਲਾਂ ਤੋਂ ਬਠਿੰਡੇ ਦੇ ਵਿੱਚ ਲਗਾਤਾਰ ਰੰਗਮੰਚ ਕਰ ਰਹੇ ਨੇ ਤੇ ਇਸ ਸਾਰੇ ਕੰਮ ਦੇ ਵਿੱਚ ਉਹਨਾਂ ਦਾ ਪਰਿਵਾਰ ਵੀ ਸਾਰਾ ਜੁੜਿਆ ਹੋਇਆ ਹੈ। ਮੈਂ ਸ਼੍ਰੀ ਗੁਰਵਿੰਦਰ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿ ਜਿਨ੍ਹਾਂ ਦੀ ਟੀਮ ਨੇ ਦਿਨ ਰਾਤ ਕੰਮ ਕਰਕੇ ਇਸ ਵਰਚੁਅਲ ਰੰਗਮੰਚ ਦੀ ਸਿਰਜਣਾ ਕੀਤੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਮੰਚ ਜੋ ਹੈ ਕਲਾਕਾਰਾਂ ਨੂੰ ਜੋੜਨ ਦੇ ਵਿੱਚ ਸਫਲ ਹੋਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਕਲਾਕਾਰ ਜੋ ਇਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਬਹੁਤ ਜਲਦੀ ਨਿਕਲ ਆਵਾਂਗੇ ਤੇ ਇਹ ਰੰਗਮੰਚ ਦੀ ਜੋ ਮਸ਼ਾਲ ਹੈ ਇਹ ਹਮੇਸ਼ਾ ਲਈ ਬਲਦੀ ਰਹੇਗੀ ਤੇ ਇਸ ਮਸ਼ਾਲ ਨੂੰ ਬਲਣ ਦੇ ਵਿੱਚ ਬੋਹੇਮੀਅਨ ਥੀਏਟਰ ਜੋ ਹੈ ਆਪਣੀ ਅਹਿਮ ਭੂਮਿਕਾ ਨਿਭਾਵੇਗਾ। ਬਹੁਤ-ਬਹੁਤ ਧੰਨਵਾਦ। ਜੀ ਹਾਂ, ਰੰਗਮੰਚ ਦੀ ਇਸ ਮੰਚਨ ਲੜੀ ਵਿੱਚ, ਖਾਸ ਤੌਰ ਤੇ ਆਨਲਾਈਨ ਮੰਚਨ, ਜੀ ਹਾਂ, ਅਸੀਂ ਅਲੱਗ-ਅਲੱਗ ਸਿਨਫਾਂ ਦੇ, ਥੀਏਟਰ ਦੀਆਂ ਸਿਨਫਾਂ ਦੇ ਔਰ ਅਲੱਗ-ਅਲੱਗ ਥਾਵਾਂ ਤੋਂ, ਨੈਸ਼ਨਲ, ਇੰਟਰਨੈਸ਼ਨਲ, ਪੰਜਾਬ ਦੀਆਂ ਥਾਵਾਂ ਤੋਂ ਅਸੀਂ ਉਹ ਰੰਗ ਕਰਮੀ, ਉਹ ਅਦਾਕਾਰ ਲਏ ਹੈ ਇਸ ਪਲੇਟਫਾਰਮ ਤੇ, ਜਿਨ੍ਹਾਂ ਨੇ ਵੱਡੇ ਪੱਧਰ ਤੇ, ਛੋਟੇ ਪੱਧਰ ਤੇ, ਲੋਕਲ ਪੱਧਰ ਤੇ ਬਹੁਤ ਸਾਰਾ ਕੰਮ ਕੀਤਾ। ਇਸ ਲੜੀ ਦੇ ਵਿੱਚ ਅਸੀਂ ਪੂਰਾ ਇੱਕ ਹਫ਼ਤਾ ਇਹ ਜਿਹੜਾ ਥੀਏਟਰ ਫੈਸਟੀਵਲ ਉਹ ਮਨਾਵਾਂਗੇ। ਅੱਜ ਸਾਡਾ ਇਹ ਫੈਸਟੀਵਲ ਦਾ ਦੂਸਰਾ ਦਿਨ ਹੈ। ਤੁਸੀਂ ਕੱਲ ਡਾਕਟਰ ਆਤਮਜੀਤ ਹੋਰਾਂ ਨਾਲ ਔਰ ਡਾਕਟਰ ਸਾਹਿਬ ਸਿੰਘ ਹੋਰਾਂ ਨਾਲ ਜਿਹੜੀ ਮੁਲਾਕਾਤ ਦੇਖੀ ਰੰਗਾਂ ਬਾਰੇ, ਰੰਗਮੰਚ ਬਾਰੇ ਔਰ ਅਦਾਕਾਰੀਆਂ ਬਾਰੇ, ਕਲਾਕਾਰੀਆਂ ਬਾਰੇ, ਫਨਕਾਰੀਆਂ ਬਾਰੇ ਜਿਹੜੀਆਂ ਗੱਲਾਂ ਹੋਈਆਂ, ਉਸ ਦੀ ਲੜੀ ਦਾ ਅੱਜ ਦੂਸਰਾ ਭਾਗ ਹੈ। ਅੱਜ ਸਾਡੇ ਨਾਲ ਜਿਹੜੇ ਥੀਏਟਰਿਸਟ ਸ਼ਾਮਲ ਹੋਏ ਨੇ ਉਹ ਬਠਿੰਡੇ ਦੀ ਧਰਤੀ, ਮਾਲਵੇ ਦੀ ਧਰਤੀ, ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਰੇਤਿਆਂ ਵਿਰਾਨੀਆਂ ਦੀ ਧਰਤੀ ਹੈ, ਲੇਕਿਨ ਅੱਜ ਇਹ ਕਲਾ ਨਾਲ, ਕਲਾਕਾਰੀਆਂ ਨਾਲ, ਰੰਗਮੰਚ ਨਾਲ, ਅਦਾਕਾਰੀਆਂ ਨਾਲ, ਲੇਖਕਾਂ ਨਾਲ ਭਰੀ ਪਈ ਹੈ। ਜੀ ਹਾਂ, ਕਹਿਣ ਨੂੰ ਕਿੱਤੇ ਦੇ ਵਿੱਚ ਉਹ ਅਧਿਆਪਕ ਨੇ,
ਰੰਗਕਰਮੀ ਨੇ, ਥੀਏਟਰਿਸਟ ਨੇ, ਬਹੁਤ ਸਾਰੀਆਂ ਉਹਨਾਂ ਨੇ ਜਿਹੜੀਆਂ ਇਹ ਪੇਸ਼ਕਾਰੀਆਂ ਕੀਤੀਆਂ ਨੇ। ਲੇਕਿਨ ਸਭ ਤੋਂ ਖੂਬਸੂਰਤ ਚੀਜ਼ ਉਹਨਾਂ ਦੀ ਹੈ ਕਿ ਉਹ ਇਨਸਾਨ ਬੜੇ ਅੱਛੇ ਨੇ। ਕਿਹਾ ਜਾਂਦਾ ਹੈ ਕਿ ਤੁਹਾਨੂੰ ਜੇ ਕਲਾਕਾਰ ਅੱਛਾ ਬਣਨਾ ਹੈ, ਜੇ ਮਹਾਨ ਕਲਾਕਾਰ ਬਣਨਾ, ਤੇ ਤੁਹਾਨੂੰ ਜਿਹੜੇ ਇਨਸਾਨੀ ਗੁਣ ਨੇ ਉਹ ਲਾਜ਼ਮੀ ਤੌਰ ਤੇ ਰੱਖਣੇ ਪੈਣਗੇ। ਅੱਜ ਸਾਡੇ ਨਾਲ ਰੂਬਰੂ ਦੇ ਵਿੱਚ ਜਿਹੜੀ ਮੁਲਾਕਾਤ ਦਾ ਸਿਲਸਿਲਾ, ਉਹ ਸਾਡੇ ਨਾਲ ਸ਼ਾਮਲ ਹੋਏ ਨੇ ਕੀਰਤੀ ਜੀ। ਭਾਜੀ ਕੀਰਤੀ, ਤੁਹਾਡਾ ਸਵਾਗਤ ਹੈ ਜੀ ਇੱਥੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਕਿਵੇਂ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ। ਕਹਿੰਦੇ ਬਠਿੰਡੇ ਵਾਲੇ ਪਾਸੇ ਬੜੀਆਂ ਧੁੱਪਾਂ ਧੱਪਾਂ ਗਰਮੀਆਂ ਨੇ, ਇਹ ਠੀਕ ਸੁਣਿਆ ਮੈਂ? ਬਿਲਕੁਲ ਜੀ, ਇੱਥੇ ਗਰਮੀ ਵੀ ਵੱਧ ਹੁੰਦੀ ਹੈ, ਰੇਤਾ ਵੀ ਵੱਧ ਹੁੰਦਾ ਹੈ ਤੇ ਕਲਾ ਵੀ ਵੱਧ ਹੈ। ਕਲਾ ਕੋਈ ਪਿੱਛੇ ਨਹੀਂ ਹੈ। ਕਿਉਂ ਹੈ ਇੱਥੇ? ਜੇ ਸਾਡੇ ਥੀਏਟਰ ਦੇ ਵਿੱਚ ਦੇਖੀਏ ਤਾਂ ਬਾਬਾ ਗਾਰਗੀ ਹੋਰਾਂ ਤੋਂ ਲੈ ਕੇ ਹੁਣ ਤੱਕ ਬਠਿੰਡਾ ਮਤਲਬ ਮੋਰੀ ਰਿਹਾ। ਕਿਆ ਰੇਤਿਆਂ ਦੇ ਵਿੱਚ ਐਸੀ ਖਾਸ ਕੋਈ ਟੱਚ ਹੈ, ਖਾਸ ਉਹਦਾ ਜ਼ਾਇਕਾ ਹੈ ਕਿ ਜਿਹੜੇ ਕਲਾਕਾਰ ਬੜੇ ਉਮਦਾ ਪੈਦਾ ਹੁੰਦੇ ਨੇ? ਇਹ ਕੁਦਰਤ ਦੀ ਦੇਣ ਹੈ ਜੀ। ਕੁਦਰਤ ਜਿੱਥੇ ਮਿਹਰਬਾਨ ਹੁੰਦੀ ਹੈ ਉੱਥੇ ਸਾਰਾ ਕੁਝ ਹੁੰਦਾ ਹੈਗਾ। ਬੇਸ਼ੱਕ ਮਾਲਵੇ ਵਾਲਿਆਂ ਨੂੰ ਬੇਸ਼ੱਕ ਪਿੱਛੇ ਰੱਖਿਆ ਜਾਂਦਾ ਹੈਗਾ, ਪਰ ਮਾਲਵੇ ਵਾਲੇ ਵੀ ਕਲਾ ਦੇ ਵਿੱਚ ਪਿੱਛੇ ਨਹੀਂ ਹੈ। ਬਹੁਤ ਵੱਡੇ ਸਾਹਿਤਕਾਰ, ਬਹੁਤ ਵੱਡੇ ਆਲੋਚਕ, ਖੱਬੇ ਪੱਖੀ ਧਿਰਾਂ, ਸਭ ਤੋਂ ਵੱਧ ਯਾਨੀ ਕਿ ਬਠਿੰਡਾ ਜੋਨ ਰਿਹਾ ਉਹਨਾਂ ਚੀਜ਼ਾਂ ਦਾ, ਤੇ ਅੱਜ ਵੀ ਮੈਂ ਸਮਝਦਾ ਕਿ ਉਹਨਾਂ ਚੀਜ਼ਾਂ ਦੇ ਵਿੱਚ ਕਾਫੀ ਅੱਗੇ ਹੈ। ਕੀਰਤੀ ਵੀਰ, ਤੁਸੀਂ ਗੱਲ ਕੀਤੀ ਆ ਕੁਦਰਤ ਦੀ ਜਿਹੜੀ ਦੇਣ ਹੈ, ਕੁਦਰਤ ਦੀ ਜਿਹੜੀ ਰਹਿਮਤ ਆ, ਪਰ ਪਿੱਛੇ ਅਸੀਂ 3 ਮਹੀਨਿਆਂ ਤੋਂ ਕੁਦਰਤ ਦੀ ਜਿਹੜੀ ਰਹਿਮਤ ਦੇਖ ਰਹੇ ਹਾਂ ਜਿਸ ਕਿਸਮ ਦੀ, ਇਹਦੇ ਵਿੱਚ ਤਾਂ ਰਲਮਾ ਮਿਲਮਾ ਜਾਂ ਹੁੰਗਾਰਾ ਮਿਲਿਆ। ਕੁਛ ਲੋਕਾਂ ਨੂੰ ਆਪਣਾ ਆਪ ਫਰੋਲਣ ਦਾ ਟਾਈਮ ਮਿਲਿਆ ਤੇ ਕੁਛ ਲੋਕ ਔਖੇ ਹੋ ਗਏ। ਮੇਰਾ ਮਤਲਬ ਜਿਹੜਾ ਲੋਕਡਾਊਨ ਹੈ ਜਾਂ ਇਸ ਮਹਾਮਾਰੀ ਦੇ ਵਿੱਚ ਕੀਰਤੀ ਕਿਰਪਾਲ ਹੋਰਾਂ ਦਾ ਜਿਹੜਾ ਨਿੱਜੀ ਤਜਰਬਾ, ਪਰਸਨਲ ਜਿਹੜਾ ਐਕਸਪੀਰੀਅੰਸ ਆ, ਉਹਦੇ ਵਿੱਚ ਤੁਹਾਡੇ ਲਈ ਇਹ ਕਿੱਦਾਂ ਦਾ ਰਿਹਾ ਇਹ ਟਾਈਮ, ਇਹ ਮੌਕਾ? ਦੇਖੋ, ਸਿੱਕੇ ਦੇ ਦੋ ਪਾਸੇ ਹੁੰਦੇ ਆ। ਜਦੋਂ ਮੀਂਹ ਪੈਂਦਾ ਹੈਗਾ ਤੇ ਉਹ ਬਹੁਤ ਕੁਝ ਸੰਵਾਰਦਾ ਵੀ ਹੈ, ਜਦੋਂ ਮੀਂਹ ਬੇਲੋੜਾ ਪੈ ਜਾਂਦਾ ਹੈਗਾ ਬਹੁਤ ਕੁਝ ਗਵਾ ਵੀ ਜਾਂਦਾ ਸਾਡਾ। ਉਸੇ ਤਰੀਕੇ ਲਾਕਡਾਊਨ ਨੂੰ ਮੈਂ ਦੇਖਦਾ ਹੈਗਾ, ਜਿੱਥੇ ਸਾਨੂੰ ਆਰਾਮ ਕਰਨ ਦਾ ਸਮਾਂ ਮਿਲਿਆ, ਸਾਡਾ ਵਾਤਾਵਰਨ ਸ਼ੁੱਧ ਹੋਇਆ, ਅਸੀਂ ਬਾਹਰਲੀ ਦੁਨੀਆ ਤੋਂ ਆਪਣੇ ਅੰਦਰਲੀ ਦੁਨੀਆ ਵੱਲ ਝਾਤ ਮਾਰਨ ਦਾ ਮੌਕਾ ਮਿਲਿਆ। ਉੱਥੇ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਵੀ ਲੋਕਾਂ ਨੂੰ ਜੂਝਣਾ ਪਿਆ, ਖਾਸ ਤੌਰ ਤੇ ਜੋ ਛੋਟੀ ਮੱਧ ਵਰਗੀ, ਉਸ ਤੋਂ ਜਿਹੜੀ ਛੋਟੀ ਕਲਾਸ, ਮਜ਼ਦੂਰ ਕਲਾਸ, ਇਹਨਾਂ ਦੇ ਲਈ ਇਹ ਬਹੁਤ ਔਖਾ ਵੇਲਾ ਸੀਗਾ। ਹਾਂ, ਤੇ ਪਰ ਕਿ ਉਹੀ ਮੈਂ ਕਹਿਣਾ ਚਾਹਾਂਗਾ ਕਿ ਕੁਦਰਤ ਦੇ ਰੰਗ ਹੈ। ਪਤਾ ਨਹੀਂ ਕੁਦਰਤ ਕੀ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਉਹਨਾਂ ਸਾਰੇ ਰੰਗਾਂ ਨੂੰ ਦੇਖ ਸਕੀਏ, ਪਰ ਇਹ ਮੁਸ਼ਕਲ ਦੀ ਘੜੀ ਸਾਰਿਆਂ ਲਈ ਰਹੀ ਹੈਗੀ ਹੈ। ਬੇਸ਼ੱਕ ਅਸੀਂ ਆਤਮ ਮੰਥਨ ਜ਼ਰੂਰ ਕੀਤਾ ਹੈਗਾ, ਬਟ ਔਖੇ ਵੀ ਬੜੇ ਰਹੇ ਆ। ਤੁਹਾਨੂੰ ਪਰਸਨਲੀ, ਕਿਉਂਕਿ ਤੁਸੀਂ ਕਲਾਕਾਰ ਦੀ ਆਤਮਾ, ਇੱਕ ਫਨਕਾਰ ਦੀ ਰੂਹ ਨਾਲ ਜੁੜੇ ਹੋਏ ਹੋ ਜੀ। ਤੁਸੀਂ ਬਾਕੀ ਬਾਹਰਲੇ ਨੂੰ ਇੱਕ ਵਾਰੀ ਆਪਾਂ ਵੱਖਰਾ ਸਾਈਡ ਦੇ ਉੱਤੇ ਕਰ ਦਈਏ, ਤੁਸੀਂ ਤੁਹਾਡਾ ਕਿੱਦਾਂ ਰਿਹਾ? ਮਤਲਬ ਇਹ 3 ਮਹੀਨੇ, ਕਿਉਂਕਿ ਅੱਜ 21 ਤਰੀਕ ਹੋ ਗਈ, ਮੇ ਵੀ 21, 22, ਇਹ ਮਾਰਚ ਨੂੰ 22 ਤਰੀਕ ਹੋ ਗਈ, ਅੱਜ ਪੂਰੇ 3 ਮਹੀਨੇ ਹੋ ਗਏ। ਹਾਂ, ਅੱਜ 22 ਤਰੀਕ ਹੋ ਗਈ। ਮੈਂ ਪਰਸਨਲੀ ਦੇਖਾਂ, ਮੈਂ ਜੌਬ ਤੇ ਹੈਗਾ, ਮੈਨੂੰ ਵਧੀਆ ਰੋਟੀ ਮਿਲੀ ਜਾਂਦੀ ਸੀਗੀ ਤੇ ਮੈਨੂੰ ਪੜ੍ਹਨ ਦਾ ਬਹੁਤ ਮੌਕਾ ਮਿਲਿਆ। ਮੇਰਾ ਕਾਫੀ ਸਮਾਂ, ਮੈਂ ਕਾਫੀ ਲੰਮੇ ਸਮੇਂ ਤੋਂ ਸੋਚ ਰਿਹਾ ਸੀ ਪੜ੍ਹਨ ਬਾਰੇ, ਪਰ ਕਿਉਂਕਿ ਇੱਕ ਪਹਿਲਾਂ ਅਧਿਆਪਨ ਕਾਰਜ, ਫਿਰ ਮੁੜ ਕੇ ਰਿਹਰਸਲਾਂ, ਲਗਾਤਾਰ ਬਿਜ਼ੀ ਸੀਗੇ, ਤੇ ਇਹ 3 ਮਹੀਨਿਆਂ ਚ ਪੜ੍ਹਨ ਦਾ ਕਾਫੀ ਮੌਕਾ ਮਿਲਿਆ, ਆਪਣੇ ਆਪ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੇਰੇ ਲਈ ਮਤਲਬ ਕਿ ਇਹ ਕੋਈ ਮਾੜਾ ਸਮਾਂ ਨਹੀਂ ਸੀਗਾ, ਪਰ ਕਲਾਕਾਰ ਦਾ ਮਨ ਹੈਗਾ ਉਹ ਦੂਜਿਆਂ ਨੂੰ ਦੇਖ ਕੇ, ਜਦੋਂ ਦੂਜੇ ਔਖੇ ਹੋਣ ਫਿਰ ਅਸੀਂ ਸੌਖੇ ਕਿਵੇਂ ਰਹਿ ਸਕਦੇ ਹਾਂ, ਉਹਨਾਂ ਚੀਜ਼ਾਂ ਦਾ ਅਸਰ ਹੈ ਜਿਹੜਾ ਉਹ ਮਤਲਬ ਕਿ ਚੈਨ ਨਹੀਂ ਲੈਣ ਦਿੰਦਾ ਸੀਗਾ ਹਮੇਸ਼ਾ। ਜੀ, ਮੈਂ ਮਤਲਬ ਕਿਸੇ ਸਰਕਾਰਾਂ ਨੂੰ ਸਿੱਧਾ ਦੋਸ਼ ਨਹੀਂ ਦੇਣਾ ਚਾਹੁੰਦਾ। ਮੈਨੂੰ ਲੱਗਦਾ ਹੁੰਦਾ ਕਿ ਸਾਰੀਆਂ ਜਿਹੜੀਆਂ ਅਲਾਮਤਾਂ ਨੇ, ਸਾਰੀਆਂ ਜਿਹੜੀਆਂ ਬੁਰਾਈਆਂ ਨੇ, ਉਹਦੇ ਵਿੱਚ ਸਾਰੇ ਹੀ ਸ਼ਾਮਲ ਹੁੰਦੇ ਇੱਕ ਤਰ੍ਹਾਂ ਨਾਲ, ਚਾਹੇ ਅਸੀਂ ਡਾਇਰੈਕਟ ਇਨਵੋਲਵ ਹੋਈਏ ਜਾਂ ਇਨਡਾਇਰੈਕਟ ਹੋਈਏ। ਇਹ ਸਾਰਾ ਜਿਹੜਾ ਮਜ਼ਦੂਰ ਨੂੰ ਇੰਨਾ ਔਖਾ ਹੋਣਾ ਪਿਆ, ਪ੍ਰਵਾਸੀਆਂ ਨੂੰ ਇੰਨਾ ਔਖਾ ਹੋਣਾ ਪਿਆ, ਧੁੱਪ ਪਿਆਸ, ਮਤਲਬ ਭੁੱਖ ਦੇ ਵਿੱਚ ਜੋ ਦਰਦ ਹੈ, ਭਾਵੇਂ ਬਾਅਦ ਦੇ ਵਿੱਚ ਅਸੀਂ ਬੜੇ ਕਲਾਕਾਰਾਂ ਨਾਲ ਨਜ਼ਮਾਂ ਲਿਖਦੇ ਆ, ਕੋਈ ਸਰਗਰਮੀਆਂ ਕਰਦੇ ਆ, ਕੋਈ ਥੀਏਟਰ ਕਰੇਗਾ, ਲੇਕਿਨ ਉਸ ਵੇਲੇ ਮੈਨੂੰ ਲੱਗਦਾ ਕਿ ਅਸੀਂ ਕਿਤੇ ਉੱਕ ਗਏ। ਜਿਹੜਾ ਸਮਝ ਨਹੀਂ ਆਇਆ ਵੀ ਇੱਕੋ ਦਮ ਵਾਪਰ ਗਿਆ, ਜਾਂ ਸਰਕਾਰਾਂ ਦੀਆਂ ਨਾਕਾਮੀਆਂ ਜਾਂ ਬੇਨਿਜ਼ਮੀਆਂ ਰਹੀਆਂ, ਜਾਂ
ਕਿਤੇ ਇਦਾਂ ਹੀ ਹੋ ਗਿਆ ਵੀ ਇਹ ਹੋਣਾ ਹੀ ਹੁੰਦਾ। ਦੋਵੇਂ ਤਰ੍ਹਾਂ ਦੇ ਇਹ ਵਿਚਾਰ ਹੁੰਦੇ ਨੇ। ਅਸੀਂ ਇਸ ਨੂੰ ਮਤਲਬ ਕਰੈਕਟ ਕਰ ਸਕਦੇ ਸੀ। ਮੇਰਾ ਮਤਲਬ ਇਹ ਹੁੰਦਾ ਕਿ ਇਹ ਥੋੜੀਆਂ ਬਹੁਤ ਚੀਜ਼ਾਂ ਨੂੰ ਥੋੜਾ ਜਿਹਾ ਸਹੀ ਸਮੂਥ ਕਰ ਸਕਦੇ ਸੀ। ਬਿਲਕੁਲ ਜੀ, ਮਤਲਬ ਕਿ ਸਰਕਾਰਾਂ ਨੂੰ ਅਸੀਂ ਤਾਂ ਦੋਸ਼ ਦੇ ਦਿੰਦੇ ਹਾਂ ਕਿਉਂਕਿ ਸਮਰੱਥ ਹੁੰਦੀਆਂ, ਉਹਨਾਂ ਕੋਲੇ ਵੱਡੇ ਮਤਲਬ ਕਿ ਬਹੁਤ ਵੱਡਾ ਕੰਮ ਹੈ, ਮਸ਼ੀਨਰੀ ਹੁੰਦੀ ਹੈ, ਸਰਕਾਰੀ ਮਸ਼ੀਨਰੀ ਹੁੰਦੀ ਹੈ, ਪੈਸਾ ਬਹੁਤ ਹੁੰਦਾ ਹੈਗਾ। ਜੇ ਉਹ 75 ਸਾਲ ਸਾਡੇ ਤੋਂ ਖਾ ਸਕਦੇ ਆ ਤਾਂ ਕੀ 2-4 ਮਹੀਨੇ ਜੇ ਔਖ ਦੀ ਘੜੀ ਆਈ ਸੀਗੀ ਤਾਂ ਬਥੇਰਾ ਕੁਝ ਛੱਡ ਛੜਾ ਕੇ ਕੰਮ ਕਰ ਸਕਦੇ ਸੀਗੇ। ਤੁਸੀਂ ਦੇਖੋ ਕਿ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਸੀ, ਜਿੰਨੀਆਂ NGO ਸੀਗੀਆਂ, ਉਹਨਾਂ ਨੇ ਆਪਣੇ ਪੱਧਰ ਤੇ ਲੰਗਰ ਲਾਏ, ਉਹਨਾਂ ਦੀਆਂ ਸੇਵਾ ਕੀਤੀ, ਜਿੰਨਾ ਕੁਝ ਕਰ ਸਕਦੇ ਸੀਗੇ ਆਪਣੇ ਪੱਧਰ ਤੇ। ਉਹਨਾਂ ਨੇ ਦੂਜੇ ਸਮਰੱਥ ਲੋਕਾਂ ਤੋਂ ਮੰਗਿਆ ਵੀ, ਬਟ ਸਰਕਾਰਾਂ ਦੀ ਨਾਕਾਮੀ ਤਾਂ ਹੈ ਹੀ ਹੈ। ਜੇ ਅਸੀਂ 2-3 ਮਹੀਨੇ ਐਡੀ ਵੱਡੀ ਆਫਤ ਆ ਗਈ, ਸਰਕਾਰ ਉਸਨੂੰ ਸੰਭਾਲ ਨਹੀਂ ਸਕੀ, ਮਹੀਨੇ ਬਾਅਦ ਹੀ ਠੇਕੇ ਖੋਲਣੇ ਜ਼ਰੂਰੀ ਹੋ ਗਏ, ਸਾਡੇ ਕੋਲ ਪੈਸਾ ਖਤਮ ਹੋ ਗਿਆ, ਖਜ਼ਾਨਾ ਖਤਮ ਹੋ ਗਿਆ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਐਡੀ ਵੱਡੀ ਖਜ਼ਾਨੇ ਵਾਲੀ ਸਮੱਸਿਆ ਆਈ ਸੀਗੀ। ਰੌਲਾ ਬਾਹਲਾ ਪੈਂਦਾ ਹੈਗਾ। ਮਤਲਬ ਕਿ ਮੈਂ ਇਹ ਨਹੀਂ ਕਹਿੰਦਾ ਕਿ ਨਿਰਾਪੂਰਾ ਸਰਕਾਰਾਂ ਦਾ ਦੋਸ਼ ਹੈ, ਪਰ ਉਹਨਾਂ ਦਾ ਵੱਡਾ ਦੋਸ਼ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਸਮਰੱਥ ਨੇ, ਕੁਝ ਵੀ ਕਰ ਸਕਦੀਆਂ ਹੁੰਦੀਆਂ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਹੀਂ ਨਿਭਾਈ। ਜਿੱਥੋਂ ਤੱਕ ਲੋਕਾਂ ਦਾ ਸੰਬੰਧ ਹੈ, ਲੋਕ ਜਿੰਨਾ ਕੰਮ ਕਰ ਸਕਦੇ ਸੀ, ਜਿਹੜੇ ਆਪਦੇ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦੇ ਸੀ, ਉਹਨਾਂ ਨੇ NGO ਨੂੰ ਪੈਸਾ ਦਿੱਤਾ। ਜਿਹਨਾਂ ਕੋਲ ਪੈਸਾ ਸੀ ਉਹਨਾਂ ਨੇ ਇਸ ਤਰੀਕੇ ਮਦਦ ਕੀਤੀ। ਸਹੀ ਹੈ, ਸਹੀ ਤੁਹਾਡੀ ਗੱਲ। ਸਾਡੇ ਬਾਬਿਆਂ ਦਾ ਇੱਕ ਜਿਹੜਾ ਲੰਗਰ ਦਾ ਕਨਸੈਪਟ ਹੈਗਾ, ਜਿਹੜਾ ਸਾਡਾ ਬੈਠ ਕੇ ਖਾਸ ਤੌਰ ਤੇ ਖਾਲਸਾ ਏਡਸ ਤੇ ਹੋਰ ਲੋਕਾਂ ਨੇ ਬਹੁਤ ਸੋਹਣਾ ਇੱਕ ਕੰਮ ਕੀਤਾ, ਥਾਂ ਥਾਂ ਤੇ ਜਿਹੜਾ ਲੰਗਰ ਲਗਾ। ਔਰ ਕੀਰਤੀ, ਮੇਰਾ ਸਵਾਲ ਇਹ ਹੈ ਕਿ 47 ਦੇ ਵਿੱਚ ਜਿਸ ਕਿਸਮ ਦੀਆਂ ਘਟਨਾਵਾਂ, ਫੋਟੋਆਂ, ਤਸਵੀਰਾਂ ਲੋਕਾਂ ਨੇ ਸ਼ੇਅਰ ਕੀਤੀਆਂ, ਤੇ ਹੁਣ ਵੀ ਉਸੇ ਤਰ੍ਹਾਂ ਦੇ ਵੀ ਬਜ਼ੁਰਗ ਮਾਂ ਬਾਪ ਨੇ ਆਪਦੇ ਮੋਢਿਆਂ ਤੇ ਚੱਕੇ ਹੋਏ। 47 ਲੈ ਕੇ 2020 ਤੱਕ ਮਤਲਬ ਅਸੀਂ ਕਰੀਬ 70-80 ਸਾਲ ਦੇ ਵਿਚਕਾਰ ਦਾ ਇਹ ਵਕਫਾ, ਕਿ ਅਸੀਂ ਮਜ਼ਦੂਰ ਨੂੰ 1 ਮਹੀਨਾ, 1.5 ਮਹੀਨਾ, 2 ਮਹੀਨੇ ਦੀ ਰਸਦ ਪਾਣੀ ਤੱਕ ਇਕੱਠਾ ਕਰਕੇ ਜੀਣ ਤੱਕ ਵੀ ਨਹੀਂ ਲੈ ਕੇ ਆ ਸਕੇ, ਮਤਲਬ ਇੰਨੇ ਸਾਲਾਂ ਚ। ਫਿਰ ਆਜ਼ਾਦੀ ਦੇ ਉੱਤੇ ਸਵਾਲ ਖੜਾ ਹੁੰਦਾ ਨਾ। ਜੀ ਬਿਲਕੁਲ ਉਹੀ ਨਾ, ਅਸੀਂ ਕਹਿੰਦੇ ਕਿ ਵਿਕਾਸ ਕੀਤਾ ਹੈ। ਵਿਕਾਸ ਫਿਰ ਕਿਹੜਾ ਹੋਇਆ? ਕਿ ਇਮਾਰਤਾਂ ਬਣਾਉਣਾ ਵਿਕਾਸ ਹੈ? ਕਿ ਇਕੱਲੀਆਂ ਸੜਕਾਂ ਬਣਾ ਦੇਣੀਆਂ, ਰੁੱਖ ਕੱਟ ਕੇ ਵਿਕਾਸ ਹੈ? ਸੋ ਇਹ ਸਵਾਲ ਨਹੀਂ ਕਿ ਜਦੋਂ ਕਿਸ ਵਿਕਾਸ ਦੀ ਅਸੀਂ ਗੱਲ ਕਰ ਰਹੇ ਹਾਂ। 47 ਤੋਂ ਲੈ ਕੇ 20 ਤੱਕ, ਯਾਨੀ ਕਿ 75 ਸਾਲ ਦੇ ਕਰੀਬ ਹੋ ਗਏ ਹੈ। 75 ਸਾਲਾਂ ਦੇ ਵਿੱਚ ਅਸੀਂ ਇੰਨਾ ਕਿ ਨਹੀਂ ਕਰ ਸਕੇ, ਸਾਡੀਆਂ ਬੇਸਿਕ ਨੀਡ ਨਹੀਂ ਪੂਰੀਆਂ ਹੋਈਆਂ। ਇੱਕ ਕੁਦਰਤੀ ਆਫਤ ਆ ਗਈ ਤੇ ਉਸ ਆਫਤ ਦੇ ਵਿੱਚ ਕਿੰਨੇ ਕੁ ਲੱਖ ਮਜ਼ਦੂਰ ਸੀਗੇ, ਕਿੰਨੇ ਕੁ ਲੱਖ ਸੀਗੇ? 2 ਲੱਖ, 5 ਲੱਖ, 10 ਲੱਖ, 20 ਲੱਖ ਤੇ 1 ਲੱਖ, 1 ਕਰੋੜ ਤੇ 130 ਕਰੋੜ ਦੀ ਆਬਾਦੀ ਹੈ। ਤੇ ਉਹਦੇ ਵਿੱਚੋਂ ਅਸੀਂ ਕੁਛ ਵੀ ਕਰ ਸਕਦੇ ਹਾਂ, ਪਰ ਕਰੇ ਕੌਣ ਤੇ ਕਿਵੇਂ ਕਰੇ ਤੇ ਨੀਅਤ ਕੀ ਹੋਵੇ, ਇਹ ਫਿਰ ਸਰਕਾਰਾਂ ਤੇ ਸਵਾਲ ਆ ਜਾਂਦੇ ਹੈਗੇ। ਸੋ ਸਭ ਤੋਂ ਵੱਡਾ ਰੋਲ ਉਹਨਾਂ ਦਾ ਸੀ, ਪਰ ਉਹ ਨਿਭਾਈ ਨਹੀਂ। ਕੀਰਤੀ, ਆਪਣੀ ਗੱਲਬਾਤ ਥੋੜਾ ਜਿਹਾ ਸੀਰੀਅਸ ਨੋਟ ਤੇ ਚੱਲ ਪਈ ਹੈ ਜੀ ਤੇ ਲੇਕਿਨ ਕਿਉਂਕਿ ਇਸ ਪ੍ਰੋਗਰਾਮ ਦਾ ਫਾਰਮੈਟ ਇਹ ਹੈ ਕਿ ਅਸੀਂ ਜਿਸ ਅਦਾਕਾਰ ਨਾਲ ਗੱਲ ਕਰਦੇ ਹਾਂ, ਮੁਲਾਕਾਤ ਕਰਦੇ, ਦਿਲ ਦੀਆਂ ਗੱਲਾਂ ਕਰਦੇ ਹਾਂ, ਅਸੀਂ ਉਹਨਾਂ ਦੀ ਕੋਈ ਨਾ ਕੋਈ ਉਹ ਥੀਏਟਰ ਨਾਲ ਜੁੜੀ ਹੋਈ ਐਕਟੀਵਿਟੀ ਵੀ ਲਾਜ਼ਮੀ ਤੌਰ ਤੇ ਦੇਖਦੇ ਹਾਂ, ਸਾਂਝੀ ਕਰਦੇ ਹਾਂ ਸਾਡੇ ਦਰਸ਼ਕਾਂ ਨਾਲ। ਅੱਜ ਤੁਸੀਂ ਸਾਡੇ ਲਈ ਕੀ ਮਤਲਬ ਪੇਸ਼ ਲੈ ਕੇ ਆਏ ਹੋ ਕਿ ਇਹ ਇਸ ਤਰ੍ਹਾਂ ਦੀ ਬਣ ਗਈ ਹੈ? ਕੀ ਹੈ ਤੁਹਾਡਾ? ਤਾਂ ਇਹ ਹੈ ਵੀ ਜੋ ਆਨਲਾਈਨ ਥੀਏਟਰ ਹੈ, ਇਹ ਮਤਲਬ ਕਿ ਥੀਏਟਰ, ਲਾਈਵ ਥੀਏਟਰ ਦਾ ਬਦਲ ਤਾਂ ਨਹੀਂ। ਮੈਂ ਇਸ ਹੱਕ ਚ ਵੀ ਨਹੀਂ ਕਿ ਅਸੀਂ ਨਾਟਕ कोई पैड़े दिल ही उदास जी, बाकी सब खैरे, दिल ही उदास। जे गलियां सुनिया होणगियां तां दिल तां उदास होवेगा ही ना।
लॉकडाउन 15 दिन ਲਈ ਹੋਰ ਵਧਾਇਆ। कैसा समा आ गया है। ਹੁਣ ਬਿਮਾਰੀ ਨਾਲ ਘਰੇ ਬਹਿ ਕੇ ਲੜਾਂਗੇ, ਬਹਿ ਕੇ ਲੜਾਂਗੇ। ਵੈਸੇ ਸੋਚਿਆ ਜਾਏ ਤਾਂ ਸਾਡੇ ਲੋਕ ਤਾਂ ਕਦੋਂ ਦੇ ਬੈਠੇ ਹੋਏ ਆਪਣੇ ਗਲੇ ਸੜੇ ਤੇ ਵੰਨ ਸਵੰਨੇ ਮੁੱਦਿਆਂ, ਜਿਨ੍ਹਾਂ ਮੁੱਦਿਆਂ ਦਾ ਸਾਡੀ ਜ਼ਿੰਦਗੀ ਨਾਲ ਕੋਈ ਵਾਹ ਵਾਸਤਾ ਨਹੀਂ, ਪਰ ਫਿਰ ਵੀ ਅਸੀਂ ਹਰ ਸਾਲ ਇਹਨਾਂ ਚਗਲੇ ਹੋਏ ਮੁੱਦਿਆਂ ਲਈ ਲੜਦੇ ਹਾਂ ਤੇ ਮਰ ਭੁੱਖ ਨਾ ਜਾਣੇ। ਸਾਰੇ ਭੋਗੜੇ ਦੇ ਸਹੀ। ਹੁਣ ਸਮਝ ਨਹੀਂ ਆ ਰਿਹਾ ਕਿ ਲੜਨਾ ਕਿਹਦੇ ਨਾਲ ਤੇ ਲੜਨਾ ਕਿਵੇਂ ਆ। ਬਾਰ-ਬਾਰ ਹੱਥ ਧੋ ਕੇ। ਜਿਹੜਾ ਬੰਦਾ 20 ਦਿਨ ਨਹਾਉਂਦਾ ਨਹੀਂ ਸੀ, ਉਹ ਅੱਜ 20 ਵਾਰ ਹੱਥ ਧੋ ਰਿਹਾ। ਜਿਹੜਾ ਕਹਿੰਦਾ ਸੀ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ, ਉਹ ਸਭ ਤੋਂ ਵੱਧ ਵਾਰ ਹੱਥ ਧੋ ਰਿਹਾ। ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ ਜਦੋਂ ਕੋਈ ਕਹਿੰਦਾ ਕਿ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ। डर सबको लगता है जनाब, गला सबका सूखता है, डर के आगे ही जीत है। ਇਹਨੂੰ ਵੇਖ ਕਰਕੇ ਪਏ ਪਰ ਫਿਰ ਇਸੇ ਨੂੰ ਵੇਖੀ ਜਾਣੇ। ਹੋਰ ਕਰੀਏ ਵੀ ਕੀ, ਵੇਖਣ ਨੂੰ ਹੋਰ ਹੈ ਵੀ ਕੀ। ਮਜ਼ਦੂਰ ਪੈਦਲ ਹੀ ਘਰਾਂ ਨੂੰ ਤੁਰੇ ਨਾ, ਹੋਰ ਤੁਹਾਨੂੰ ਕਿਸੇ ਨੇ ਹਵਾਈ ਜਹਾਜ਼ ਲੈ ਕੇ ਦੇਣਾ ਸੀ। ਉਹ ਕਮਲਿਓ, ਪੈਦਲ ਚੱਲਣ ਵਾਸਤੇ ਤੁਹਾਡੀਆਂ ਲੱਤਾਂ ਸਲਾਮਤ ਛੱਡਤੀਆਂ ਇਹਨਾਂ ਲੋਕਾਂ ਨੇ, ਇਹ ਘੱਟ ਹੈ ਨਾ। ਸ਼ੁਕਰੀਆ ਮੰਗਣ ਵਾਸਤੇ ਤੁਹਾਡੇ ਕੋਲ ਹੱਥ ਹੈ, ਪੈਦਲ ਚੱਲਣ ਵਾਸਤੇ ਤੁਹਾਡੇ ਕੋਲ ਪੈਰ ਆ, ਤਾਂ ਤੁਸੀਂ ਦੁਨੀਆ ਦੇ ਸਭ ਤੋਂ ਖੁਸ਼ਕਿਸਮਤ ਲੋਕ ਹੋ। ਖੁਸ਼ ਹੋ। ਵੱਡੇ ਵੱਡੇ ਅਮੀਰ ਲੋਕ ਮਹਿੰਗੀਆਂ ਕਾਰਾਂ ਤੇ ਚੜ ਕੇ ਪਾਰਕਾਂ ਵਿੱਚ ਜਾਂਦੇ ਆ ਪੈਦਲ ਚੱਲਣ ਲਈ, ਤਾਂ ਕਿ ਉਹਨਾਂ ਦੀ ਸਿਹਤ ਵਧੀਆ ਰਹਿ ਸਕੇ। ਤੇ ਤੁਸੀਂ, ਤੁਹਾਨੂੰ ਪੈਦਲ ਚੱਲਣ ਦਾ ਇੰਨਾ ਵਧੀਆ ਮੌਕਾ ਦਿੱਤਾ ਸਮੇਂ ਨੇ, ਤੇ ਕੁਝ ਪਾਗਲ ਕਿਸਮ ਦੇ ਲੋਕ ਮਸਾਲੇ ਲਾਲਾ ਖਬਰਾਂ ਬਣਾ ਰਹੇ ਆ ਕਿ ਮਜ਼ਦੂਰ ਪੈਦਲ ਹੀ ਘਰਾਂ ਨੂੰ ਜਾ ਰਹੇ ਆ। ਪਾਗਲ ਵੈਸੇ ਪਾਗਲ ਤਾਂ ਮੈਂ ਹੀ, ਜਿਹੜਾ ਇਹਨਾਂ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਣਾ ਪੈਣਾ। ਪਰ ਇਹ ਤਾਂ ਮੇਰਾ ਕੰਮ ਹੈ, ਲੋਕਾਂ ਦੇ ਦੁੱਖਾਂ ਦੀ ਬਾਤ ਪਾਉਣਾ। ਜਿਵੇਂ ਡਾਕਟਰ ਦਾ ਕੰਮ ਹੈ ਮਰੀਜ਼ ਦਾ ਇਲਾਜ ਕਰਨਾ, ਇੰਜੀਨੀਅਰ ਦਾ ਕੰਮ ਹੈ ਮਸ਼ੀਨ ਦਾ ਇਲਾਜ ਕਰਨਾ, ਉਵੇਂ ਮੇਰਾ ਕੰਮ ਹੈ ਸਮਾਜ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣਾ। ਤੇ ਅੱਜ ਜਦੋਂ ਲੋਕਾਂ ਨੂੰ ਮੇਰੀ ਸਭ ਤੋਂ ਵੱਧ ਲੋੜ ਹੈ ਤਾਂ ਵਿਡੰਬਣਾ ਵੇਖੋ, ਮੈਂ ਬਾਹਰ ਨਹੀਂ ਜਾ ਸਕਦਾ। ਪਰ ਜੇ ਇੱਕ ਕਲਾਕਾਰ ਬਾਹਰ ਨਹੀਂ ਜਾਵੇਗਾ ਤਾਂ ਸੋਚੇਗਾ ਕੀ, ਉਹ ਲਿਖੇਗਾ ਕੀ? ਉਹ ਤਾਂ ਮਰ ਜਾਵੇਗਾ। ਹਾਂ, ਮਰ ਜਾਵੇਗਾ ਕਲਾਕਾਰ, ਤੇ ਸ਼ਾਇਦ ਮੈਂ ਵੀ ਮਰ ਜਾਵਾਂਗਾ ਇਸ ਚਾਰ ਦੀਵਾਰੀ ਵਿੱਚ ਕੈਦ ਹੋ ਕੇ। ਮੈਂ ਹੋਰ ਇੱਥੇ ਨਹੀਂ ਰਹਿ ਸਕਦਾ। ਮੈਂ ਇਸ ਤਰ੍ਹਾਂ ਇਸ ਕਮਰੇ ਵਿੱਚ ਬੰਦ ਨਹੀਂ ਰਹਿ ਸਕਦਾ। ਮੈਨੂੰ ਬਾਹਰ ਜਾਣਾ ਹੀ ਪਵੇਗਾ। ਹਾਂ, ਮੈਨੂੰ ਬਾਹਰ ਜਾਣਾ ਹੀ ਪਵੇਗਾ। ਮੈਂ ਬਾਹਰ, ਪਰ ਮੈਂ ਤਾਂ ਗਿਆ ਸੀ। ਹਾਂ, ਮੈਂ ਕੁਝ ਦਿਨ ਪਹਿਲਾਂ ਵੀ ਬਾਹਰ ਗਿਆ ਸੀ। ਮੇਰੇ ਨਾਟਕ ਦੇ ਸੋਮੇ ਸੁੱਕ ਰਹੇ ਸੀ। ਕੀ ਕਿਹਾ? ਕੀ ਹੋਇਆ? ਮਾਰ ਡੰਡੇ ਅਗਲਿਆਂ ਨੇ ਮੇਰੇ ਸੋਮੇ ਸਜਾਏ। ਮੈਂ ਬਥੇਰਾ ਸਮਝਾਇਆ ਕਿ ਬਈ ਮੈਂ ਇੱਕ ਨਾਟਕਕਾਰ ਹਾਂ, ਮੈਂ ਕਰੋਨਾ ਨਾਲ ਨਹੀਂ ਮਰਦਾ, ਪਰ ਜੇ ਮੈਂ ਨਾਟਕ ਨਾ ਕੀਤੇ ਤਾਂ ਪੱਕਾ ਮਰ ਜੂੰਗਾ। ਪਰ ਨਾ ਜੀ, ਸੁਣਦਾ ਕੌਣ? ਤੇ ਅੱਗੋਂ ਟ੍ਰੈਜਡੀ ਵੇਖੋ, ਮੈਨੂੰ ਕੁੱਟਣ ਵਾਲਾ ਮੇਰਾ ਹੀ ਸ਼ਾਗਿਰਦ ਕਹਿੰਦਾ, ਉਸਤਾਦ ਜੀ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ। ਵੈਸੇ ਮੈਨੂੰ ਮਾਣ ਆਪਣੇ ਸ਼ਾਗਿਰਦ ਤੇ, ਮੇਰੀ ਸਿਹਤ ਦਾ ਖਿਆਲ ਰੱਖਦੇ ਹੋਏ ਡੰਡਾ ਸੈਨੀਟਾਈਜ਼ ਕਰ ਕੁੱਟਿਆ ਮੈਨੂੰ, ਤੇ ਉੱਤੋਂ ਮੇਰੀ ਸ਼ਰੀਕੇ ਹਯਾਤ ਮੇਰੀ ਧਰਮ ਪਤਨੀ, ਉਹਨੇ ਘਰੇ ਆਏ ਦਾ ਜੋ ਮਾਨ ਸਤਿਕਾਰ ਕੀਤਾ ਉਹ ਵੱਖਰਾ। ਮੈਨੂੰ ਘਰੇ ਆਏ ਨੂੰ ਪਤਾ ਕੀ ਕਹਿੰਦੀ? ਕਹਿੰਦੀ ਜੀ ਇਨਕਲਾਬ ਕਿੱਥੇ ਹੈ ਜਿਹਨੂੰ ਤੁਸੀਂ ਕਰਫਿਊ ਲੱਗੇ ਚ ਲੈਣ ਗਏ ਸੀ?
ਤੇ ਮੇਰੀਆਂ ਹਾਏ ਹਾਏ ਦੀਆਂ ਆਵਾਜ਼ਾਂ ਸੁਣ ਕੇ ਪਤਾ ਕੀ ਕਹਿੰਦੀ, ਜੀ ਤੁਸੀਂ ਤਾਂ ਕਹਿੰਦੇ ਸੀ ਕਿ ਜਦੋਂ ਇਨਕਲਾਬ ਆਊਗਾ ਤਾਂ ਸਰਮਾਏਦਾਰੀ ਦੀਆਂ ਚੀਕਾਂ ਨਿਕਲਣਗੀਆਂ, ਪਰ ਚੀਕਾਂ ਤਾਂ ਤੁਹਾਡੀਆਂ ਆਪਦੀਆਂ ਨਿਕਲੀ ਜਾਂਦੀਆਂ। ਹਾਏ ਹਾਏ, ਕਿਤੇ ਚੀਕਾਂ ਇਨਕਲਾਬ ਦੀਆਂ ਤਾਂ ਨਹੀਂ ਵੀ ਵਿਚਾਰਾ ਪਛਤਾਈ ਜਾਂਦਾ ਹੋਵੇ ਆਪਣੇ ਸ਼ਹਿਰ ਚ ਆ ਕੇ। ਮਸਾਂ ਚੁੱਪ ਕਰਾਇਆ, ਟੈਂ ਟੈਂ ਕਰਦੀ ਨੂੰ ਮਸਾਂ। ਪਰ ਚੰਗੀ ਹੈ ਵਿਚਾਰੀ, ਆਪਣੀ ਜਨਤਾ ਵਾਂਗ ਲੋਗੜ ਤੱਤਾ ਕਰ ਕਰਕੇ 3-4 ਦਿਨ ਉਹੀ ਲਾਉਂਦੀ ਰਹੀ ਹੈ। ਇੱਕ ਰਾਮਕਰਮੀ ਦੀ ਪਤਨੀ ਹੋਣਾ ਵੀ ਕੋਈ ਖਾਲਾ ਜੀ ਦਾ ਬੜਾ ਨਹੀਂ। ਨਹੀਂ ਜਨਾਬ, ਤੁਸੀਂ ਨਹੀਂ ਸਮਝ ਸਕਦੇ ਕਿ ਇੱਕ ਰਾਮਕਰਮੀ ਦੀ ਪਤਨੀ ਹੋਣਾ ਕੀ ਹੁੰਦਾ ਹੈ। ਕਈ ਦਿਨ ਫਾਕੇ ਕੱਟਣੇ ਕਾਮ ਔਰਤ ਦੇ ਵਾਸਤੇ ਕਰਨੀ। ਸੁਰਖੀ ਬਿੰਦੀ ਤੱਕ ਲਈ ਤਰਸ ਜਾਣਾ ਹੈ ਕਾਮ ਔਰਤ ਦੇ ਵਾਸਤੇ ਕਰਨੀ ਹੈ, ਕਾਮ ਔਰਤ ਦੇ ਵਾਸਤੇ ਕਰਨੀ। ਮਹੀਨਾ ਹੋ ਗਿਆ ਨਾਟਕ ਕੀਤਿਆਂ, ਕਿੰਨਾ ਕੁਝ ਉਬਲ ਰਿਹਾ ਮੇਰੇ ਅੰਦਰ। ਉਬਲ ਕੇ ਮੇਰੀ ਕਿਨਾਰੇ ਸਾੜੀ ਜਾਂਦਾ ਮੇਰਾ ਆਪਣਾ ਆਪ। ਮੇਰੇ ਘਰ ਦੀ ਖਾਲੀ ਪਤੀਲੀ ਵਾਂਗੂ, ਜਿਹਦੇ ਚ ਪਿਛਲੇ 3 ਦਿਨਾਂ ਤੋਂ ਸਿਰਫ ਪਾਣੀ ਉਬਲ ਰਿਹਾ। ਮੈਂ ਰਾਮ ਕਰਨੀ ਹੈ ਜਨਾਬ, ਕੋਈ ਸਰਕਾਰੀ ਅਫਸਰ ਜਾਂ ਸ਼ਾਹੂਕਾਰ ਨਹੀਂ ਕਿ ਬੈਂਕ ਵਿੱਚ ਸੇਵਿੰਗ ਪਈ ਹੋਏ। ਤੇ ਮੈਂ ਬੈਡਰੂਮ ਵਿੱਚ ਬੈਠ ਕੇ ਡਾਈਜੈਸਟਿਵ ਬਿਸਕੁਟਾਂ ਦੇ ਨਾਲ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਆਪਣੀ ਘਰ ਵਾਲੀ ਨਾਲ ਵਾਰਤਾਲਾਪ ਕਰਾਂ ਕਿ ਡਾਰਲਿੰਗ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਦੇਸ਼ ਦਾ, ਲੋਕ ਭੁੱਖੇ ਮਰ ਰਹੇ ਆ। ਤੇ ਚੱਲਦੀ ਖਬਰ ਵਿੱਚ ਸਨੀ ਲਿਓਨ ਆ ਕੇ ਇਹ ਆਖੇ ਕਿ ਮੈਨ ਫੋਰਸ is the main force behind a successful marriage। ਤੇ ਅਚਾਨਕ ਮੇਰਾ ਮੂਡ ਬਦਲ। ਮੈਂ ਆਖਾ ਕਿ ਗੋਲੀ ਮਾਰੋ ਗਰੀਬੀ ਨੂੰ, ਪਰ ਮੈਂ ਤੇ ਮੇਰੀ ਪਤਨੀ ਹਮ ਤੁਮ एक कमरे में बंद हूँ और चाबी खो जाए हम तुम। स्वाद है लगते ना ठरकी। गुस्सा ना करना जनाब, गुस्सा ना करना, मनो चाहे ना मनो, है आप सारे ठरकी। सब तो वध पॉर्न देखा जाता अपने मुल्क च। हाँ यकीन नहीं तो गूगल कर लो। ते साडे वर्गे सड़कों ते खड़ के उच्ची उच्ची रौला पा रहे होंदे आ, संग पड़ रहे होंदे आ इनकलाब लियाउण लई। सानू लगदा कि साडे नाटक देख के लोग जागरूक हो जाएंगे, सड़कों ते उतरे आउणगे, पर नहीं जनाब नहीं, अजिहा कुछ नहीं होता। तमाशबीन ने साडे लोग, तमाशबीन नित नवां तमाशा भालदे ने ते अगले विखा रहे ने रंग बिरंगे तमाशे। ते इन्हां तमाशियां विच ही तमाशा बन गई है मेरी जिंदगी। जानते हो साडे देश की सब तो बड़ी समस्या की है? ठीक है ना, गरीबी। नहीं जनाब ना, गलत, एकदम गलत। गरीबी तो सब तो सैलेबल चीज है साडे देश में, सब तो सैलेबल, सब तो वध गरीबी वेखदी है साडे देश। हाँ गरीबी का नाटक वेख के अमीर ताड़ियां मारते हैं, गरीबी ते फिल्म बना के अमीर हो रहे। एक 50 करोड़ लैन वाला कलाकार जो पाटे कपड़े पा के गरीबी ते गरीबां ते फिल्म बनाउंदा ना, तो फिल्म 200 करोड़ रुपया कमाउंदी है। ते जो मेरे वर्गा कलाकार एक गरीब रंग करनी गरीबी ते नाटक खेडदा ना, खान जोगे दाने भी नहीं चलते।
ਸਾਡੀ ਸਮੱਸਿਆ ਇਹ ਹੈ ਕਿ ਦੋਗਲੇ ਆ ਅਸੀਂ। ਹਾਂ ਅਜੀ ਪੈਰਾਮੀਟਰ ਤੈਅ ਕਰ ਦਿੱਤੇ ਨੇ ਸਾਡੇ ਸਿਆਣਿਆਂ ਨੇ ਕਿ ਜੇ ਤੁਸੀਂ ਅਧਿਆਪਕ ਹੋ ਤਾਂ ਤੁਹਾਡੇ ਪੱਪੂ ਕੱਟ ਵਾਲ ਹੋਣੇ ਚਾਹੀਦੇ ਆ, ਵਾਲਾਂ ਸਰੋਂ ਦਾ ਤੇਲ ਲੱਗਿਆ ਹੋਣਾ ਚਾਹੀਦਾ, ਮੋਢੇ ਤੇ ਖੱਦਰ ਦਾ ਝੋਲਾ ਹੋਣਾ ਚਾਹੀਦਾ ਤੇ ਟੁੱਟਿਆ ਜਿਹਾ ਸਾਈਕਲ ਹੋਣਾ ਚਾਹੀਦਾ, ਤਾਂ ਹੀ ਤੁਸੀਂ ਆਦਰਸ਼ ਅਧਿਆਪਕ ਲੱਗੋਗੇ। ਤੇ ਜੇ ਤੁਸੀਂ ਰੰਗਕਰਮੀ ਹੋ ਤਾਂ ਪੱਕਾ ਹੀ ਹੈ ਕਿ ਤੁਸੀਂ ਗਰੀਬ ਹੋਣੇ ਚਾਹੀਦੇ ਹੋ, ਚਿਹਰੇ ਤੋਂ ਗਰੀਬੀ ਦਿਸਣੀ ਚਾਹੀਦੀ ਹੈ। ਹੋਣ ਨਾਲੋਂ ਦਿਖਣਾ ਜ਼ਿਆਦਾ ਜ਼ਰੂਰੀ ਹੈ। ਇਹਨਾਂ ਆਦਰਸ਼ਵਾਦਾਂ ਵਿੱਚ ਹੀ ਉਲਝ ਕੇ ਰਹਿ ਗਈ ਹੈ ਮੇਰੀ ਜ਼ਿੰਦਗੀ। ਮੈਨੂੰ ਯਾਦ ਹੈ ਮੇਰੇ ਉਸਤਾਦ ਜੀ ਕਹਿੰਦੇ ਹੁੰਦੇ ਸੀ ਕਿ ਦਿਲਾਵਰ, ਜੋ ਕੰਮ ਵੇਦ ਨਹੀਂ ਕਰ ਸਕਦੇ ਉਹ ਕੰਮ ਇੱਕ ਨਾਟਕ ਕਰ ਸਕਦਾ ਹੈ। ਰੰਗਕਰਮੀ ਦੇਵਤਿਆਂ ਨੂੰ ਵੀ ਵੰਗਾਰਦਾ ਹੈ, ਸਵਾਲ ਕਰਦਾ ਹੈ, ਤੇ ਜੇ ਤੂੰ ਸਵਾਲ ਨਹੀਂ ਕਰ ਸਕਦਾ ਤਾਂ ਨਾਟਕ ਵੀ ਨਾ ਕਰੀ। ਤੇ ਮੈਂ ਆਪਣੇ ਨਾਟਕਾਂ ਵਿੱਚ ਸਭ ਨੂੰ ਵੰਗਾਰਿਆ, ਸਵਾਲ ਕੀਤੇ, ਬਦਲਾਵ ਲਿਆਉਣ ਲਈ ਨਾਟਕ ਕੀਤੇ, ਯਤਨ ਕੀਤੇ, ਪਰ ਆਪਣੇ ਘਰ ਦੇ ਹਾਲਾਤ ਹੀ ਨਹੀਂ ਬਦਲ ਸਕਿਆ। ਨਾਟਕ ਕਰਕੇ ਮੈਂ ਕੋਈ ਅਮੀਰ ਨਹੀਂ ਹੋ ਗਿਆ। ਮਸਾ ਚੁੱਲ੍ਹਾ ਬਾਲਦਾ ਮੇਰੇ ਘਰ ਦਾ, ਮੇਰੇ ਕੋਲ ਕਾਰ, ਕੋਠੀ, ਏਸੀ ਕੁਝ ਵੀ ਨਹੀਂ ਹੈ, ਪਰ ਹਾਂ ਇੱਕ ਸਕੂਨ, एक शांति मिलती है नाटक करके। नहीं जनाब, तुसी नहीं समझ सकते, नहीं समझ सकते। मेरे कई दोस्त बड़े ऊंचे औहदे थे, एक दो डॉक्टर है, दो तीन इंजीनियर है, कुछ बड़े अफसर है, ते बाकियां दा भी सोहना कारोबार है। पर उन्होंने लगता है कि मैं अपनी जिंदगी पूरी तरह फेल है। पर यकीन करो, जो सुकून ते शांति मेरे को है ना, उन्ना जो किसी को नहीं। इस मन की फकीरी नूं कोई फकीर ही समझ सकता, कोई फकीर ही समझ। पंजाबी की एक बड़ी शानदार बोली है कि नचण वाले दी अड्डी ना रहिंदी ते गाउण वाले दा मूंह। जिस काम लई कुदरत ने धरती ते भेजा ना, वो उस काम नूं कीते बिना रह नहीं सकता। हाँ, बड़े औखे समय आए पर मैं चुप नहीं हुआ, मैं बोलिया, लड़िया, जिन्ना हो सकता सी, जदों हो सकता सी मैं बोलिया। पर अज कांग्रेस दे वायरस ने मैनू इस कमरे में कैद करके रख दिता है। जानते हो जनाब, एक आम मनुख लई सब तो वड्डी सजा की है? इकलापा। हाँ, इकलापा सब तो वड्डी सजा है एक मनुख लई। ते सानू इकलापे तो बचाउंदा कौन है? कहानियां। जी हाँ, कहानियां ही नहीं जो इंसान को जिंदा रख दिया ने। लखां साल पहला बंद गुफावां विच भी इंसानां वल्लों लिखियां गईयां कहानियां मिलदियां ने, ते चित्रां दे रूप विच सिरजियां गईयां ये कहानियां सानू तकड़े होके जिउण लई प्रेरित करदियां ने। सप नूं उहदे अंदर दी जहर भजाई करती। जी हाँ, कहते हैं कि सप जदों किसी नूं डंग मारदा ना तां आप भी किन्ना चिर बेहोशी की हालत विच रहिंदा। पर सप डंग मारदा कदों? जदों उहदी जान ते बाहर। साइंस कहती है कि सप दुनिया का सब तो वड्डा
ਸਭ ਤੋਂ ਮਤਲਬ ਜ਼ਿਆਦਾ ਸ਼ਰਮੀਲਾ ਜੀਵ ਹੈ। ਯਕੀਨ ਕਰ ਲਓ, ਸੱਪ ਕਦੇ ਸਿੱਧਾ ਹਮਲਾ ਨਹੀਂ ਕਰਦਾ, ਸਗੋਂ ਲੁਕਣ ਦੀ ਕੋਸ਼ਿਸ਼ ਕਰਦਾ ਹੈ। ਹਾਂ, ਸੱਪ ਡਰੂ ਵੀ ਹੈ ਤੇ ਸ਼ਰਮੀਲਾ ਵੀ ਹੈ, ਪਰ ਉਹਦੇ ਅੰਦਰ ਇੱਕ ਜ਼ਹਿਰ ਵੀ ਹੈ। ਕ੍ਰੀਏਟੀਵਿਟੀ ਜ਼ਹਿਰ ਵਾਂਗ ਹੁੰਦੀ ਹੈ, ਨਹੀਂ ਟਿਕਣ ਦਿੰਦੀ, ਨਹੀਂ ਟਿਕਣ ਦਿੰਦੀ। ਇੱਕ ਕਲਾਕਾਰ ਦੇ ਅੰਦਰ ਦੀ ਭਟਕਣਾ ਉਸਨੂੰ ਨਹੀਂ ਟਿਕਣ ਦਿੰਦੀ। ਸੱਪ ਦੇ ਦੰਦ ਖੱਟੇ ਕਰ ਦਈਏ ਤਾਂ ਸੱਪ ਸੱਪ ਨਹੀਂ ਰਹਿ ਜਾਂਦਾ, ਗਡੋਆ ਬਣ ਜਾਂਦਾ ਹੈ, ਗਡੋਆ। ਤੇ ਗਡੋਆ ਪਤਾ ਕੀ ਹੁੰਦਾ? ਪਤਾ ਕੀ ਹੁੰਦਾ ਗਡੋਆ? ਬਾਇਸੈਕਸੁਅਲ। ਸਰੰਗੀ ਦੀ ਤਾਰ ਤੋੜ ਦਿਓ ਤਾਂ ਉਹ ਲੱਕੜ ਤੋਂ ਵੱਧ ਕੁਝ ਨਹੀਂ, ਤੁੰਬੀ ਦੀ ਤਾਰ ਭੰਨ ਦਿਓ ਤਾਂ ਉਹ ਕੱਦੂ ਬਣ ਕੇ ਰਹਿ ਜਾਂਦੀ ਹੈ। ਤੇ ਮੇਰੇ ਅੰਦਰ ਦੀ ਕਲਾ ਮੇਰੀ ਟੁਨਕਾਰ ਹੈ। ਰੇਲਵੇ ਦੀਆਂ ਪਟੜੀਆਂ ਤੇ ਪਈਆਂ ਮਜ਼ਦੂਰਾਂ ਦੀਆਂ ਲਾਸ਼ਾਂ ਮੈਨੂੰ ਲਾਹਨਤਾਂ ਪਾਉਂਦੀਆਂ। ਸੜਕ ਤੇ ਬੱਚਾ ਜੰਮਦੀ ਔਰਤ ਦੀਆਂ ਚੀਕਾਂ ਮੈਨੂੰ ਆਪਣੇ ਕੰਨਾਂ 'ਚ ਸੁਣਾਈ ਦਿੰਦੀਆਂ। 1000 ਕਿਲੋਮੀਟਰ ਸਾਈਕਲ ਚਲਾ ਕੇ ਆਪਣੇ ਪਿਓ ਨੂੰ ਖਿੱਚ ਕੇ ਜਾਂਦੀ ਕੁੜੀ, ਉਸ ਦੀਆਂ ਲੱਤਾਂ 'ਚ ਪਈਆਂ ਖੱਲੀਆਂ ਮੈਨੂੰ ਆਪਣੀਆਂ ਲੱਤਾਂ 'ਚ ਮਹਿਸੂਸ ਹੁੰਦੀਆਂ। EMI ਨਾ ਭਰਨ ਕਰਕੇ ਬੈਂਕ ਵੱਲੋਂ ਜ਼ਲੀਲ ਹੋ ਕੇ ਪੱਖੇ ਨਾਲ ਲਟਕਦੀ ਮੱਧ ਵਰਗੀ ਜਵਾਨੀ ਦਾ ਦਰਦ ਮੈਨੂੰ ਆਪਣੀ ਗਰਦਨ 'ਚ ਮਹਿਸੂਸ ਹੁੰਦਾ। ਕਿੰਨਾ ਕੁਝ ਖੋਲ ਰਿਹਾ ਮੇਰੇ ਅੰਦਰ, ਤਾਂ ਕਿ ਮੈਂ ਚੁੱਪ ਕਰ ਜਾਵਾਂ, ਨਾ ਬੋਲਾਂ? ਕਿ ਮੈਂ ਉਹਨਾਂ ਤੋਂ ਰੋਟੀ ਦੀ ਭੀਖ ਮੰਗਾ ਜਿਨ੍ਹਾਂ ਨੂੰ ਮੈਂ ਕਟਹਿਰੇ ਵਿੱਚ ਖੜਾ ਕਰਦਾ ਰਿਹਾ? ਤੁਸੀਂ ਦੱਸੋ ਕਿ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਬੋਲਣਾ ਚਾਹੀਦਾ, ਕਿ ਸਾਜ਼ਾਂ ਨੂੰ ਬੋਲਣਾ ਚਾਹੀਦਾ, ਕਿ ਇੱਕ ਅਣਦਿਸਦਾ ਵਾਇਰਸ ਸਾਨੂੰ ਚੁੱਪ ਕਰਾ ਦੇਵੇਗਾ? ਕਿ ਸਾਜ਼ ਸਿਰਫ ਵਿਆਹ ਸ਼ਾਦੀਆਂ ਵਿੱਚ ਗੂੰਜਣ ਲਈ ਨੇ? ਨਹੀਂ, ਜੰਗ ਦੇ ਮੈਦਾਨਾਂ ਵਿੱਚ ਵੀ ਗੂੰਜਦੇ ਨੇ ਸਾਜ਼, ਸਿਵਿਆਂ ਵਿੱਚ ਵੈਣ ਪਾਉਂਦੇ ਨੇ ਸਾਜ਼। ਟਾਈਟੈਨਿਕ ਡੁੱਬ ਰਿਹਾ ਸੀ ਪਰ ਸਾਜ਼ ਵੱਜ ਰਹੇ ਸੀ, ਤੇ ਹੁਣ ਵੀ ਗੂੰਜਣਗੇ ਸਾਜ਼। ਤੇ ਮੈਂ ਵੀ ਚੁੱਪ ਨਹੀਂ ਰਵਾਂਗਾ, ਨਹੀਂ ਚੁੱਪ ਰਵਾਂਗਾ ਮੈਂ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ, ਸਭ ਸਹਿਣ ਕਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਅੱਜ ਜਦੋਂ ਡਾਕਟਰ, ਇੰਜੀਨੀਅਰ, ਸਫਾਈ ਕਰਮੀ, ਪੁਲਿਸ ਕਰਮੀ, ਨਰਸਾਂ, ਜਦੋਂ ਕਿ ਹਰ ਇੱਕ ਬੰਦਾ ਮੈਦਾਨ ਵਿੱਚ ਹੈ, ਤਾਂ ਕੀ ਸਾਨੂੰ ਚੁੱਪ ਕਰ ਜਾਣਾ ਚਾਹੀਦਾ? ਨਹੀਂ, ਮੈਂ ਚੁੱਪ ਨਹੀਂ ਰਹਾਂਗਾ। ਮੈਂ ਆਪਣਾ ਕੰਮ ਕਰਾਂਗਾ, ਜਿੰਨਾ ਹੋ ਸਕਿਆ, ਜਦੋਂ ਹੋ ਸਕਿਆ ਮੈਂ ਕਰਾਂਗਾ। ਅੱਜ ਤਾਂ ਸਗੋਂ ਜ਼ਿਆਦਾ ਲੋੜ ਹੈ ਲੋਕਾਂ ਨੂੰ ਨਾਟਕਾਂ ਦੀ, ਕਹਾਣੀਆਂ ਦੀ। ਤਾਂ ਅਜਿਹੇ ਸਮੇਂ ਵਿੱਚ ਮੈਂ ਚੁੱਪ ਨਹੀਂ ਰਹਿ ਸਕਦਾ, ਮੈਂ ਨਹੀਂ ਚੁੱਪ ਰਹਿ ਸਕਦਾ। ਮੈਂ ਬੋਲਾਂਗਾ ਮੈਂ। ਜੇ ਆਈ ਪਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ। ਮੈਂ ਲਿਆਉਂ ਕਿਤੋਂ ਕਲਮ ਲੱਭ ਕੇ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। जी हाँ, तुसी ਇਹ ਪਰਫਾਰਮੈਂਸ ਦੇਖੀ ਔਰ ਕਮਾਲ ਦੀ ਗੱਲ ਇਹ ਹੈ ਕਿ ਖਾਸ ਤੌਰ ਤੇ ਲਾਕਡਾਊਨ ਦੇ ਦਿਨਾਂ 'ਚ ਜਦੋਂ ਤੁਸੀਂ ਸਾਰੇ ਅੰਦਰ ਬੰਦ ਹੋ, ਤੁਸੀਂ ਆਪ ਹੀ ਅਦਾਕਾਰ ਹੋ, ਤੁਸੀਂ ਆਪ ਹੀ ਹਦਾਇਤਕਾਰ ਹੋ, ਆਪ ਹੀ ਡਾਇਰੈਕਟਰ ਹੋ, ਆਪ ਹੀ ਐਕਟਰ ਹੋ। ਔਰ ਕਮਾਲ ਦੀ ਗੱਲ ਇਹ ਵੀ ਕੈਮਰਾ ਵੀ ਤੁਸੀਂ ਆਪ ਹੀ ਕਰ ਰਹੇ ਹੋ। ਔਰ ਜਦੋਂ ਕੈਮਰਾ ਕਰ ਰਹੇ ਹੋ ਤੇ ਰੱਖ ਕੇ ਇੱਕ ਕੈਮਰਾ ਸ਼ੂਟ ਕੀਤਾ ਜਾ ਰਿਹਾ ਤੇ ਅੰਦਰ ਸ਼ੂਟ ਹੋ ਰਿਹਾ। ਇਸ ਲਈ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਦੇਖਣੀਆਂ ਪੈਂਦੀਆਂ ਨੇ। ਤਕਨੀਕੀ ਤੌਰ ਤੇ ਅਸੀਂ ਥੋੜਾ ਜਿਹਾ ਦੇਖਿਆ ਕਿ ਸਾਊਂਡ ਦੇ ਵਿੱਚ ਕੁਝ ਮਸਲਾ ਸੀ, ਉਹਦੇ ਲਈ ਮੈਂ ਮਾਫੀ ਚਾਹਨਾ, ਕਿਉਂਕਿ ਇਹ ਪਰਫਾਰਮੈਂਸ ਕਿਤੇ ਹੋਰ ਹੋ ਰਹੀ ਆ, ਮੈਂ ਆਪਦੇ ਘਰੇ ਬੈਠਾ ਚੰਡੀਗੜ੍ਹ ਮੋਹਾਲੀ ਦੇ ਵਿੱਚ, ਔਰ ਜਿਹੜੀ ਇਹ ਟੈਕਨੀਕਲੀ ਆਪਰੇਟ ਹੋ ਰਿਹਾ ਉਹ ਜਲੰਧਰ ਦੇ ਵਿੱਚ ਬੈਠੀ ਸਾਡੀ ਟੀਮ ਕਰ ਰਹੀ ਹੈ।
ਔਰ ਤੁਸੀਂ ਦੇਖੋ ਇਹ ਪੂਰਾ ਜਾਲ ਕਿਵੇਂ ਵਿਛਾਇਆ, ਔਰ ਇਸ ਨੈਟ ਦੇ ਵਿੱਚ, ਕਿਉਂਕਿ ਵਿੱਚ ਜਦੋਂ ਅਸੀਂ ਗੱਲਬਾਤ ਕਰ ਰਹੇ ਤਾਂ ਕੀਰਤੀ ਕਿਰਪਾਲ ਜੀ ਵੀ ਥੋੜਾ ਜਿਹਾ ਨੈਟ ਤੋਂ ਆਊਟ ਹੋ ਗਏ ਸੀਗੇ, ਉਹ ਵਾਈਫਾਈ ਔਰ ਸਾਰਾ ਇਹ ਤੁਹਾਨੂੰ ਪਤਾ ਹੈ, ਸ਼ੁਕਰ ਹੈ ਵੀ ਵਾਈਫਾਈ ਹੈ, ਸਮਝ ਗਏ ਤੁਸੀਂ ਮੇਰਾ ਸਾਊਂਡ ਕਿੱਥੇ ਜਾਂਦਾ ਲੇਕਿਨ ਆ ਗਏ, ਸ਼ੁਕਰ ਆ। ਔਰ ਜਿਹੜਾ ਮੈਸੇਜ ਹੈ, ਜਿਹੜਾ ਸੁਨੇਹਾ, ਕਿਉਂਕਿ ਮੈਂ ਵੀ ਵਿੱਚੋਂ ਕੀਰਤੀ ਵੀਰ ਮੇਰਾ ਕੰਨ ਵੀ ਗੂੰਜ ਰਹੇ ਸੀਗੇ, ਔਰ ਮੇਰੇ ਫੇਸਬੁੱਕ ਦੇ ਉੱਤੇ ਵੀ ਸਾਡੇ ਬਹੁਤ ਸਾਰੇ ਦੋਸਤ, ਖਾਸ ਤੌਰ ਤੇ ਥੀਏਟਰ ਨਾਲ ਜੁੜੀਆਂ ਹੋਈਆਂ ਪਰਸਨੈਲਿਟੀਜ਼ ਸਾਡੇ ਨਾਲ ਖੜੀਆਂ ਨੇ, ਔਰ ਉਹਨਾਂ ਦੇ ਵੀ ਸਵਾਲ ਨੇ। ਇਹ ਸਾਰਾ ਕੁਛ ਕਿਉਂਕਿ ਮੈਂ ਮਿਸ ਕਰ ਗਿਆ ਕੁਛ ਗੱਲਾਂ, ਕੁਛ ਸੁਨੇਹਾ ਮਿਸ ਕਰ ਗਿਆ। ਇਹ ਜਿਹੜਾ ਇੱਕ ਨਵਾਂ ਪਲੇਟਫਾਰਮ ਹੈ ਕਿ ਐਕਟਰ ਕਿਤੇ ਦੂਰ ਬੈਠੇ ਆ, ਡਾਇਰੈਕਟਰ ਕਿਤੇ ਦੂਰ ਬੈਠਾ, ਔਰ ਜਿਹੜਾ ਟੈਕਨੀਕਲੀ ਇਸ ਨੂੰ ਆਪਰੇਟ ਕਰ ਰਿਹਾ ਹੈ, ਇਸ ਨੂੰ ਤੁਹਾਡੇ ਸਾਹਮਣੇ ਸਕਰੀਨ ਤੇ ਲੈ ਕੇ ਆ ਰਿਹਾ, ਉਹ ਕਿਤੇ ਹੋਰ ਬੈਠਾ, ਔਰ ਮੇਰੇ ਵਰਗਾ ਜਿਹੜਾ ਸਵਾਲ ਹੀ ਕਰਦਾ ਰਹਿੰਦਾ ਉਹ ਕਿਤੇ ਹੋਰ ਬੈਠਾ। ਇਹ ਸਾਰੇ ਨੂੰ ਸਾਂਭਣਾ, ਮਤਲਬ ਇਹ ਤੇ ਡਾਇਰੈਕਸ਼ਨ ਤੋਂ ਵੀ ਉੱਤੇ ਚਲਾ ਗਿਆ, ਇਹ ਤੇ ਥੀਏਟਰ ਦਾ ਇੱਕ ਜਿਹੜਾ ਹਦਾਇਤਕਾਰ ਆ ਉਸ ਤੋਂ ਵੀ ਚਲਾ ਗਿਆ। ਤੇ ਇਹ ਜਿਹੜਾ ਕਹਿੰਦੇ ਵੀ ਰੱਬ ਸਾਰੀ ਦੁਨੀਆ ਸਾਂਭਦਾ, ਉਹ ਕਿਵੇਂ ਸਾਂਭਦਾ ਹੋਊਗਾ ਫਿਰ ਇਸ ਮਸਲੇ? ਵੈਸੇ ਕਾਮਰੇਡਾਂ ਨੂੰ ਮੈਂ ਰੱਬ ਦਾ ਸਵਾਲ ਕਰ ਰਿਹਾ, ਇਸ ਲਈ ਮਾਫ। ਨਹੀਂ, ਐਕਚੁਅਲੀ ਪਤਾ ਕੀ ਹੈ ਜੀ, ਮੈਂ ਤੁਹਾਡੇ ਉਦੋਂ ਵੀ ਗੱਲ ਆਪਣੀ ਵਿੱਚੇ ਰਹਿ ਗਈ ਸੀਗੀ ਕਿ ਉਹ ਵਾਈਫਾਈ ਅਚਾਨਕ ਬੰਦ ਹੋ ਗਿਆ, ਬੈਟਰੀ ਵਗੈਰਾ ਚਲੀ ਗਈ, ਫਿਰ ਦੁਬਾਰਾ ਮੈਂ ਕੀਤਾ। ਤੇ ਐਕਚੁਅਲੀ ਜਿਹੜਾ ਇਹ ਨਾਟਕ ਅਸੀਂ ਕੀਤਾ ਹੈਗਾ, ਨਾਟਕ ਦਾ ਇੱਕ ਛੋਟਾ ਜਿਹਾ ਰੂਪ ਹੈ, ਅਸੀਂ ਉਹਨੂੰ ਪ੍ਰੋਪਰ ਨਾਟਕ ਨਹੀਂ ਗਿਣਦੇਗੇ। ਦਵਿੰਦਰ ਗਿੱਲ ਨੇ ਇਸ ਨੂੰ ਲਿਖਿਆ ਹੈਗਾ, ਜਿਹੜੇ ਕਿ ਮੋਗੇ ਰਹਿਣ ਵਾਲੇ ਨੇ, ਬਹੁਤ ਅੱਛੇ ਨਾਟਕਕਾਰ ਨੇ, ਤੇ ਜਿਹਨੇ ਇਸ ਨੂੰ ਪੇਸ਼ ਕੀਤਾ ਉਹ ਦਿੱਲੀ ਰਹਿੰਦਾ ਮੇਰਾ ਆਰਟਿਸਟ, ਤੇ ਉਹ ਇਹਨਾਂ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ, ਮਤਲਬ ਕਿ ਉਹ ਵੀ ਬੜੀ ਮਤਲਬ ਕਿ ਗਰੀਬੀ ਦੇ ਵਿੱਚੋਂ ਗੁਜ਼ਰ ਰਿਹਾ ਮੁੰਡਾ। ਇਸ ਲਈ ਹਾਲਾਂਕਿ ਮੇਰੀ ਟੀਮ ਬਠਿੰਡੇ ਬੈਠੀ ਹੈ, ਫਰੀਦਕੋਟ ਵੀ ਬੈਠੀ ਹੈ, ਮੈਂ ਉਹਨਾਂ ਤੋਂ ਨਾਟਕ ਕਰਾਉਣ ਦੀ ਬਜਾਏ ਉਹਨੂੰ ਦਿੱਤਾ ਤਾਂ ਕਿ ਉਹ ਹੋਰ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਜ਼ਿਆਦਾ। ਤੇ ਬਟ ਪ੍ਰੋਬਲਮ ਟੈਕਨੀਕਲ ਕਿ ਉਹ ਇੱਕ ਕਮਰੇ ਦੇ ਵਿੱਚ ਹੈ, ਕਮਰਾ ਗੂੰਜ ਰਿਹਾ ਹੈਗਾ, ਤੇ ਜੋ ਮੋਬਾਈਲ ਹੈ, ਮੋਬਾਈਲ ਤੇ ਸਾਰਾ ਕੁਛ ਕੀਤਾ ਜਾ ਰਿਹਾ, ਇਸ ਕਰਕੇ ਕਾਫੀ ਡਿਸਟਰਬੈਂਸ ਸੀ। ਹਾਲਾਂਕਿ ਮੈਂ ਕਈ ਵਾਰੀ ਨਾਟਕ ਪੜ੍ਹ ਚੁੱਕਿਆ, ਮੈਨੂੰ ਕਈ ਸ਼ਬਦ ਸਮਝ ਨਹੀਂ ਆ ਰਹੇ ਸੀਗੇ, ਬਟ ਉਹਦਾ ਮੈਸੇਜ ਇਹ ਸੀ ਕਿ ਰੰਗ ਕਰਮੀ ਅਜਿਹੇ ਹਾਲਾਤਾਂ ਦੇ ਵਿੱਚ ਚੁੱਪ ਕਿਵੇਂ ਬੈਠ ਸਕਦਾ। ਜੋ ਕੁਛ ਵਾਪਰਿਆ ਸਾਡੇ ਲੋਕਡਾਊਨ ਦੇ ਦਰਮਿਆਨ, ਜੋ ਵਾਪਰਿਆ ਉਸ ਨੂੰ ਰੰਗ ਕਰਮੀ ਆਪਦੇ ਜ਼ਿਹਨ ਦੇ ਵਿੱਚ, ਆਪਣੇ ਮਨ ਦੇ ਵਿੱਚ ਕਿਵੇਂ ਹੰਢਾ ਰਿਹਾ, ਕਿਵੇਂ ਉਹ ਬਾਹਰ ਜਾਣ ਦੇ ਲਈ ਤਤਪਰ ਹੈ, ਉਹ ਕਿਵੇਂ ਆਪਣੀ ਸਹਿਯੋਗ ਦੇਣ ਦੇ ਲਈ, ਉਹ ਕਿਸ ਤਰੀਕੇ ਦੇ ਵਿੱਚ ਸਹਿਯੋਗ ਕਰ ਸਕਦਾ ਹੈਗਾ। ਹਾਲਾਂਕਿ ਇਹ ਵੀ ਇੱਕ ਕਰ ਰਹੇ ਹਾਂ, ਮੈਂ ਕਹਿੰਦਾ ਇਹ ਜੋ ਟੈਕਨੀਕਲ ਅਸੀਂ ਹੋਰ ਸਹਿਯੋਗ ਅਸੀਂ ਹੋਰ ਤਰੀਕੇ ਨਾਲ ਨਹੀਂ ਕਰ ਸਕਦੇਗੇ, ਬਟ ਇਹੀ ਹੈ ਕਿ ਅਸੀਂ ਆਨਲਾਈਨ ਤੇ ਇਹ ਸਾਰੀਆਂ ਗੱਲਾਂ ਸ਼ੇਅਰ ਕਰਕੇ ਨਾਟਕ ਦੇ ਰੂਪ ਵਿੱਚ, ਵਿਚਾਰ ਦੇ ਰੂਪ ਵਿੱਚ ਗੱਲਾਂ, ਕਿਉਂਕਿ ਮੇਰੇ ਨਾਲ ਆਲਰੇਡੀ ਜੁੜੇ ਹੋਏ ਨੇ ਕਈ ਸਾਰੇ ਜਾਣੇ, ਔਰ ਖਾਸ ਤੌਰ ਤੇ ਥੀਏਟਰ ਨੂੰ ਲੈ ਕੇ ਸਾਡੇ ਕੋਲੇ ਪੂਰੀ ਦੀ ਪੂਰੀ ਲਿਸਟ ਆ। ਕਿਆ ਉਹਨਾਂ ਦੇ ਬਿਹਾਫ ਤੇ, ਜਾਂ ਮੈਂ ਉਹਨਾਂ ਨੂੰ ਵੀ ਸਵਾਲ ਕਰ ਰਿਹਾ, ਉਹ ਵੀ ਮੇਰੇ ਫੇਸਬੁੱਕ ਤੇ ਜੁੜੇ ਨੇ, ਉਹ ਖੁਦ ਵੀ ਜਵਾਬ ਦੇ ਸਕਦੇ ਨੇ ਕਿ ਹੁਣ ਇਹ ਕਰੋਨਾ ਤੋਂ ਬਾਅਦ, ਕਿਉਂਕਿ ਕਰੋਨਾ ਤੋਂ ਪਹਿਲਾਂ ਦੀ ਜ਼ਿੰਦਗੀ, ਕਰੋਨਾ ਤੋਂ ਬਾਅਦ ਦੀ ਜ਼ਿੰਦਗੀ ਕੁਦਰਤੀ ਆ ਵੀ ਉਹਦੇ ਵਿੱਚ ਬੜਾ ਕੁਛ ਫਰਕ ਆਏਗਾ, ਮੈਨੂੰ ਇਹ ਲੱਗਦਾ ਹੈਗਾ। ਕਿਆ ਥੀਏਟਰ ਦਾ ਰੰਗ ਰੂਪ ਵੀ ਬਦਲੇਗਾ, ਥੀਏਟਰ ਦਾ ਮੂੰਹ ਮੱਥਾ ਵੀ ਬਦਲੇਗਾ ਕਿਉਂਕਿ ਹੁਣ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਆਉਣ ਵਾਲਾ ਸਮਾਂ ਕੁਦਰਤ ਦਾ ਜਿਹੜਾ ਰੂਪ ਆ, ਅਸੀਂ ਉਹਦੇ ਸਾਹਮਣੇ ਬਹੁਤ ਵੱਡੇ ਨਹੀਂ ਹੈਗੇ, ਭਾਵੇਂ ਅਸੀਂ ਜਿੰਨੇ ਮਰਜ਼ੀ ਦਾਅਵੇ ਕਰੀਏ, ਸਾਡੀ ਫਿਤਰਤ ਆ, ਬੰਦਾ ਹਉਮੈ ਈਗੋ ਬਹੁਤ ਰੱਖਦਾ, ਕਿ ਕੁਦਰਤ ਇਹਨਾਂ ਦਿਨਾਂ 'ਚ ਥੀਏਟਰ ਦੀ ਜਿਹੜੀ ਦਿੱਖ ਆ, ਫਾਰਮ ਹੈ, ਉਹ ਬਦਲੇਗੀ। ਫਿਲਹਾਲ ਤਾਂ ਬਦਲੇਗੀ, ਆਪਣੇ ਸਾਹਮਣੇ ਹੈਗੀ ਹੈ, ਬਟ ਜਿਹੜਾ ਲਾਈਵ ਥੀਏਟਰ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਦੇ ਵਿੱਚ ਜ਼ਰੂਰ ਉਹਦੇ ਵਿੱਚ ਕੋਈ ਬੰਦਿਸ਼ਾਂ ਹੋ ਸਕਦੀਆਂ, ਪਰ ਜਦੋਂ ਸਾਰਾ ਕੁਝ ਸਮੂਥ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਜ਼ਿੰਦਗੀ ਉਵੇਂ ਚੱਲ ਪੈਣੀ ਹੈਗੀ ਹੈ। ਹੁਣ ਤੁਸੀਂ ਦੇਖੋ ਕਿ ਮਹੀਨੇ ਦਾ ਲਾਕਡਾਊਨ ਖੁੱਲਿਆ ਹੈ, 50% ਲਾਈਫ ਉਵੇਂ ਚੱਲਣੀ ਸ਼ੁਰੂ ਹੋ ਗਈ ਹੈ। ਸਿਰਫ ਉਹੀ ਲੋਕ ਘਰਾਂ ਦੇ ਅੰਦਰ ਬੰਦ ਨੇ ਜਿਹੜੇ ਕਿ ਸਰਵਿਸ ਕਰਦੇ ਨੇ, ਬਾਕੀ ਸਾਰੇ ਬਿਜ਼ਨਸਮੈਨ, ਯੂਥ, ਬੱਚੇ, ਕਾਫੀ 50% ਉਵੇਂ ਜੀਵਨ ਫਿਰ ਸ਼ੁਰੂ ਹੋ ਗਿਆ। ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਹੋਰ 2-3 ਮਹੀਨਿਆਂ ਦੇ ਵਿੱਚ ਜਦੋਂ ਇਹ ਸਾਰੀ ਮਤਲਬ ਕਿ ਮੈਡੀਸਨ ਸਾਡੀ ਇਸ ਬਿਮਾਰੀ ਦੀ ਆ ਜਾਵੇਗੀ, ਤਾਂ ਜਿਵੇਂ ਹੋਰ ਬਿਮਾਰੀਆਂ ਸਾਡੀਆਂ ਚੱਲਦੀਆਂ ਹੈਗੀਆਂ ਉਵੇਂ ਇਹ ਵੀ ਚੱਲੀ ਜਾਊਗੀ। ਜਦੋਂ ਸਾਡੇ ਕੋਲ ਮੈਡੀਸਨ ਹੋਈ ਤਾਂ ਮੈਂ ਤਾਂ ਡਰ ਵੀ ਖਤਮ ਹੋ ਜਾਊਗਾ, ਸਾਡੀ ਲਾਈਫ ਦਾ ਹਿੱਸਾ ਬਣ ਜਾਣਾ ਮੈਨੂੰ ਲੱਗਦਾ। ਜੀ ਬਿਲਕੁਲ ਜੀ। ਮੈਨੂੰ ਇੱਕ ਹੋਰ ਡਰ ਆ ਕੀਰਤੀ ਵੀਰ,
ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇੱਕ ਮੇਰੇ ਦਰਸ਼ਕ ਨੇ ਜਗਜੀਤ ਹੋਰੀ, ਉਹ ਕਹਿੰਦੇ ਨੇ ਵੀ ਇਹ ਸਾਰਾ ਕੁਝ ਵਰਚੁਅਲ ਹੋ ਜਾਣਾ। ਜੀ ਜੀ। ਕਿਆ ਥੀਏਟਰ ਕਿਤੇ ਟਿਕਟੌਕ ਦਾ ਹਿੱਸਾ ਤਾਂ ਨਹੀਂ ਬਣ ਕੇ ਰਹਿ ਜਾਏਗਾ? ਮੇਰਾ ਡਰ ਜਿਹੜਾ ਹੈਗਾ, ਇਹ ਡਰ ਸਾਰਿਆਂ ਨੂੰ ਹੈਗਾ, ਬਟ ਮੈਨੂੰ ਲੱਗਦਾ ਨਹੀਂ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਲਾਈਵ ਪਰਫਾਰਮੈਂਸ ਹੈ ਨਾ, ਉਹਦੇ ਵਰਗਾ ਆਨੰਦ ਨਾ ਤਾਂ ਦੇਖਣ ਜਾਂਦਾ ਨਾ ਕਰਨ ਜਾਂਦਾ। ਅੱਜ ਜੇ ਅਸੀਂ ਵੱਡੀਆਂ ਵੱਡੀਆਂ ਸੈਲੀਬ੍ਰਿਟੀ ਨੂੰ ਦੇਖਦੇ ਹੈਗੇ, ਜਦੋਂ ਅਸੀਂ ਪਰਦੇ ਤੇ ਦੇਖਦੇ ਹਾਂ, ਵੱਡੇ ਪਰਦੇ ਤੇ, ਛੋਟੇ ਪਰਦੇ ਤੇ, ਬਟ ਜਦੋਂ ਉਹ ਕਿਤੇ ਕੋਈ ਪ੍ਰੋਗਰਾਮ ਕਰਨ ਆਉਂਦੇ ਆ, ਹਜ਼ਾਰਾਂ ਲੱਖਾਂ ਦੀ ਭੀੜ ਉਹਨਾਂ ਦੇ ਮਗਰ ਹੁੰਦੀ ਹੈ। ਬਿਲਕੁਲ ਇਸੇ ਤਰੀਕੇ ਇਹ ਹੈ ਵੀ ਥੀਏਟਰ ਚਾਹੇ ਟਿਕਟੌਕ ਹੋ ਜਾਏ, ਚਾਹੇ ਆਨਲਾਈਨ ਹੋ ਜਾਏ, ਚਾਹੇ ਕਿਸੇ ਤਰੀਕੇ ਵੀ ਚਲਾ ਜਾਵੇ, ਜੋ ਲਾਈਵ ਥੀਏਟਰ ਦਾ ਮਜ਼ਾ ਹੈ ਉਹਦਾ ਬਦਲ ਕਦੇ ਵੀ ਨਹੀਂ ਹੋ ਸਕਦਾ। ਇਹ ਹੁਣ ਉਮੀਦ ਹੁਣ ਨਾਲੇ ਵਰਚੁਅਲ ਹੋ ਜਾਣਾ, ਨਾਲੇ ਲਾਈਵ ਦਾ ਇੱਕ ਸਾਡਾ ਮਜ਼ਾ, ਜਿਹੜਾ ਸਾਡੇ ਮਜ਼ੇ ਦਾ ਜਿਹੜਾ ਸਾਡਾ ਲਾਲਚ ਆ, ਉਹਦੇ ਵਿੱਚ ਕੋਈ ਮੁਜੱਸਮਾ, ਕੋਈ ਮਿਕਸਚਰ ਚੋਂ ਦੇਖਦੇ ਆ ਕੀ ਲੱਭਦਾ। ਮੈਨੂੰ ਲੱਗਦਾ ਹੁਣ ਕਰੋਨਾ ਤੋਂ ਬਾਅਦ ਸ਼ਾਇਦ ਹੋਰ, ਕਿਉਂਕਿ ਥੀਏਟਰ 'ਚ ਲਗਾਤਾਰ ਐਕਸਪੈਰੀਮੈਂਟ ਹੁੰਦੇ ਆ। ਇਹਦੇ ਵਿੱਚੋਂ ਨਹੀਂ ਮੈਂ ਮਨਾ ਕਰਦਾ, ਬਟ ਉਹ ਮਰਦਾ ਨਹੀਂ। ਹਾਂ ਨਹੀਂ, ਉਹ ਦੇਖੋ ਜਦੋਂ ਤੱਕ ਬੰਦਾ ਡਰਾਮੇ ਕਰਦਾ ਤਾਂ ਉਦੋਂ ਤੱਕ ਕੁਝ ਨਹੀਂ ਹੋਣਾ। ਵੈਸੇ ਡੇਲੀ ਡਰਾਮੇ ਕਰੀਏ, ਕਹਿੰਦੇ ਬਾਬੂ ਮਸ਼ਾਏ ਇਹ ਜ਼ਿੰਦਗੀ ਰੰਗ ਮੰਚ ਹੈ। ਔਰ ਇਸ ਰੰਗ ਮੰਚ ਦੇ ਵਿੱਚ, ਇਸ ਡਰਾਮੇ 'ਚ, ਲਾਈਫ ਦੇ ਡਰਾਮੇ 'ਚ ਜਿਹੜਾ ਖਲਨਾਇਕ ਬਣ ਕੇ ਆਇਆ ਕਰੋਨਾ ਜੀ, ਇਸ ਨੂੰ ਤੁਸੀਂ ਕਿਸ ਉਸ 'ਚ ਰੱਖਦੇ ਹੋ ਵੀ ਕਿੰਨਾ ਕੁ ਪੋਜ਼ਿਟਿਵ ਤੁਹਾਨੂੰ ਦੇ ਰਿਹਾ ਅਸਰ, ਕਿੰਨਾ ਕੁ ਨੈਗੇਟਿਵ ਦੇ ਰਿਹਾ? ਖਾਸ ਤੌਰ ਤੇ ਜਿਹੜੇ ਸੈਂਸਿਟਿਵ ਬੰਦੇ ਨੇ, ਜਿਹੜੇ ਕਿਉਂਕਿ ਜਿਹੜੀ ਕਲਾ ਹੈਗੀ ਉਹ ਕਹਿੰਦੇ ਵੀ ਉਹ ਤਾਂ ਅੰਦਰ ਦੀ ਜ਼ਿਆਦਾ ਹੈਗੀ ਆ, ਸਾਡੇ ਅੰਤਰ ਮਨ ਦਾ, ਬਾਹਰ ਦਾ ਘੱਟ ਆ। ਜਿਹੜਾ ਹਾਲਾਤ ਬਣਿਆ, ਜਿਸ ਤਰ੍ਹਾਂ ਦਾ ਕੁਦਰਤ ਨੇ ਰੰਗ ਦਿਖਾਏ ਕਿ ਬੰਦਾ ਘਰ ਦੇ ਵਿੱਚ ਕੈਦ ਹੈ, ਜੀਵ ਜੰਤੂ ਬਾਹਰ ਨਿਕਲ ਕੇ ਆ ਰਹੇ ਨੇ, ਇਸ ਸਾਰੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਰੋਨਾ ਤੋਂ ਬਾਅਦ ਇਹ ਥੀਏਟਰ ਹੋਰ ਸੈਂਸਿਟਿਵ ਹੋਏਗਾ, ਹੋਰ ਥੋੜਾ ਜਿਹਾ ਸੰਵੇਦਨਸ਼ੀਲ ਹੋਏਗਾ? ਅਸੀਂ ਆਪਣੇ ਆਪ ਨੂੰ ਰੀਕਾਲ ਕਰਾਂਗੇ? ਕਰਨਾ ਤਾਂ ਚਾਹੀਦਾ ਹੈਗਾ, ਜਿਵੇਂ ਕੁਦਰਤ ਨੇ ਸਾਨੂੰ ਸਮਾਂ ਦਿੱਤਾ ਹੈਗਾ, ਅਸੀਂ ਬਾਹਰੋਂ ਅੰਦਰ ਝਾਤੀ ਮਾਰੀ ਹੈਗੀ ਹੈ, ਤੇ ਬਟ ਫਿਰ ਵੀ ਥੋੜਾ ਡਰ ਲੱਗਦਾ ਹੈਗਾ ਕਿ ਭੱਜ ਨੱਠ ਇੰਨੀ ਹੈਗੀ ਹੈ, ਪਦਾਰਥਵਾਦ ਇੰਨਾ ਹੈਗਾ ਕਿ ਪਤਾ ਹੀ ਨਹੀਂ ਕੀ ਕੁਛ ਹੋ ਜੀ। ਸਾਰੀਆਂ ਸੰਭਾਵਨਾਵਾਂ ਹੈਗੀਆਂ, ਪਰ ਪਦਾਰਥਵਾਦ ਤਾਂ ਇਸ ਕਰੋਨਾ ਪਦਾਰਥਵਾਦ ਸੈਂਸਿਟਿਵ ਲੋਕ ਹੈ, ਜਿਹੜੇ ਸੈਂਸਿਟਿਵ ਲੋਕ ਹੈ ਉਹ ਜ਼ਰੂਰ ਅੱਗੇ ਨਾਲੋਂ ਹੋਰ ਸੈਂਸਿਟਿਵ ਹੋ ਜਾਣਗੇ। ਬਟ ਜਿਹੜੇ ਹੋਰ ਪਦਾਰਥਵਾਦੀ ਸੀਗੇ, ਉਹ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਤੇ ਕੋਈ ਬਹੁਤਾ ਫਰਕ ਪੈਣਾ। ਕਿਤੇ ਕਿਤੇ ਮਤਲਬ ਕਿ 5-10% ਪੈ ਵੀ ਸਕਦਾ ਹੈਗਾ, ਬਟ ਜਦੋਂ ਰੂਟੀਨ ਦੇ ਵਿੱਚ ਲਾਈਫ ਚਲੀ ਜਾਊਗੀ ਨਾ, ਜਿਵੇਂ ਹੁਣ ਦੇਖ ਰਹੇ ਆ ਉਵੇਂ ਜੇ ਹੋ ਗਏ ਲੋਕ, ਤੇ ਆਉਣ ਵਾਲੇ ਹੋਰ 2-4 ਮਹੀਨੇ 5 ਮਹੀਨਿਆਂ ਨੂੰ ਜਦੋਂ ਸਭ ਕੁਛ ਆਮ ਹੋ ਗਿਆ, ਮੈਨੂੰ ਲੱਗਦਾ ਕਿ ਭੁੱਲ ਜਾਾਂਗੇ ਅਸੀਂ। ਹੁਣ ਕੋਈ ਵੀ ਘਟਨਾ ਵਾਪਰਦੀ ਹੈ, ਉਹ ਥੋੜੀ ਚਿਰ ਸਾਡੇ ਤੇ ਦਿਮਾਗ, ਅਸੀਂ ਮਤਲਬ ਕਿ ਕਾਰਾਂ ਤੇ ਤੇਜ਼ ਭਜਾਈ ਲਈ ਜਾਂਦੇ ਰੋਜ਼, ਤੇ ਐਕਸੀਡੈਂਟ ਦੇਖਦੇ ਆ ਸੜਕ ਤੇ, ਉਦੋਂ 10 ਮਿੰਟ ਅਸੀਂ ਹੌਲੀ ਹੁੰਦੇ ਆ, ਫਿਰ ਅਸੀਂ ਭੁੱਲ ਜਾਂਦੇ ਨਾਲ ਦੀ ਨਾਲ ਕਿਸੇ ਤੋਂ ਜਾਣਾ ਹੈਗਾ, ਫਿਰ ਉਨੀ ਸਪੀਡ ਫੜ ਦਿੰਦੇ ਆ। ਉਹ 10-15 ਮਿੰਟ ਦੀ ਖੇਡ ਹੁੰਦੀ ਹੈਗੀ। ਹੁਣ ਇਹ ਕਰੋਨਾ ਕਿਉਂਕਿ ਇੰਨਾ ਲੰਮਾ ਸਮਾਂ ਚੱਲਿਆ, ਪੂਰੇ ਵਿਸ਼ਵ ਦੇ ਵਿੱਚ ਚੱਲਿਆ, ਤੇ ਮੈਨੂੰ ਲੱਗਦਾ 6 ਸਾਲ 6 ਮਹੀਨੇ ਵੀ ਭੁੱਲ ਜਾਵਾਂਗੇ ਜੋ ਸਾਡੇ ਕੋਲ ਮੈਡੀਸਨ ਆ ਗਈ। ਕੀਰਤੀ, ਇਸ ਕਰੋਨਾ ਦੇ ਵਿੱਚ ਨਾ ਇੱਕ ਮੈਸੇਜ ਵਾਰ-ਵਾਰ ਲੋਕਾਂ ਦੇ ਫੋਨਾਂ ਤੇ ਆਇਆ, ਉਹ ਇਹ ਹੈ ਕਿ ਤੁਸੀਂ ਬਾਹਰ ਦੀ ਯਾਤਰਾ ਤੋਂ ਅੰਦਰ ਦੀ ਯਾਤਰਾ ਤਾਂ ਖੈਰ ਕਰਦੇ ਹੈਗੇ ਹੋ, ਦੂਸਰਾ ਇਹ ਹੈਗਾ ਕਿ ਜਿਹੜੀ ਨੱਠ ਭੱਜ ਹੈ ਉਹ ਵੀ ਥੋੜਾ ਜਿਹਾ ਚੇਂਜ ਹੋਏਗਾ, ਲੇਕਿਨ ਇੱਕ ਇਸ ਨੂੰ ਫਨੀ ਟਾਈਪ ਕਹਿ ਲਓ ਜਾਂ ਇਸ ਨੂੰ ਸੀਰੀਅਸ ਨਾ ਵੀ ਲਓ, ਕਿ ਜਿੱਦਾਂ ਦਾ ਕੁਦਰਤ ਨੂੰ ਅਸੀਂ ਜਾਂ ਜਿਹੜਾ ਠਹਿਰਾਓ ਦੇਖਿਆ, ਪਾਣੀ ਸਾਫ਼ ਹੋ ਗਏ, ਆਸਮਾਨ ਸਾਫ਼ ਹੋ ਗਏ, ਅੱਛੀ ਆ ਗਈ, ਤਾਂ ਉਹ ਕਹਿੰਦੇ ਵੀ ਸਾਨੂੰ ਵੈਸੇ ਵੀ ਆਪਣੇ ਆਪ ਵੀ ਸਾਲ ਚੋਂ ਕੋਈ 7 ਦਿਨ 10 ਦਿਨ ਮਹੀਨਾ ਕੋਈ ਸਾਨੂੰ ਆਪ ਵੀ ਆਪਣੇ ਆਪ ਤੇ ਕਹਿੰਦੇ ਵੀ ਬੰਦ ਕਰਕੇ, ਕੁਆਰੰਟਾਈਨ ਕਰਕੇ, ਕਹਿੰਦੇ ਸਾਨੂੰ ਰੱਖਣਾ ਚਾਹੀਦਾ ਇੱਕ ਤਰ੍ਹਾਂ ਜਿਹੜਾ ਮੌਨ ਜਾਂ ਭੋਰੇ ਦੇ ਵਿੱਚ, ਤਾਂ ਕਿ ਅਸੀਂ ਵੀ ਕੁਛ ਆਪਣੇ ਆਪ ਨੂੰ ਰੀਕਾਲ ਕਰ ਸਕੀਏ। ਬਿਲਕੁਲ 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 ਜੀ, ਬਿਲਕੁਲ ਸਹੀ ਹੈ। ਮੈਂ ਤਾਂ ਸਭ ਕੁਝ ਕਹਿੰਦਾ, ਜੇ ਉਦਾਂ ਲੋਕ ਨਹੀਂ ਹੁੰਦੇ ਤਾਂ ਸਰਕਾਰਾਂ ਘੱਟੋ ਘੱਟ 2-3 ਮਹੀਨਿਆਂ ਬਾਅਦ 2-3 ਦਿਨ 4 ਦਿਨ 5 ਦਿਨ ਕਰਦਿਆ ਕਰਨ, ਤਾਂ ਸ਼ਾਇਦ ਲੋਕਾਂ ਫਿਰ ਉੱਥੇ ਮਤਲਬ ਕਿ ਸਰਕਾਰਾਂ ਕਹਿਣਾ ਸਾਡੀ ਇਕੋਨਮੀ ਡਿੱਗ ਪਈ, ਤੇ ਇਕੋਨਮੀ ਨੂੰ ਖੜੇ ਕਰਨ ਲਈ ਸਾਡੇ, ਤੁਹਾਨੂੰ ਪਤਾ ਹੀ ਹੈ ਵੀ ਲਾਓ ਤੇ ਇਕੋਨਮੀ। ਇਹ ਸਹੀ ਹੈਗਾ ਕਿ ਜੇ ਅਸੀਂ ਲੋਕ, ਜਿਵੇਂ ਹੁਣ ਅਸੀਂ ਅੱਜ ਤਾਂ ਅਸੀਂ ਸਾਰੇ ਕਹਿ ਰਹੇ ਹੈਗੇ ਕਿ ਅਜਿਹਾ ਹੋਣਾ ਚਾਹੀਦਾ ਕਿ ਆਪਣੇ ਆਪ ਨੂੰ 2 ਮਹੀਨਿਆਂ ਬਾਅਦ, ਮਹੀਨੇ ਬਾਅਦ ਲੋਕਡਾਊਨ ਕਰ ਲਈਏ ਆਪਣੇ ਆਪ। ਉਹੀ ਹੈ ਨਾ, ਮਨ ਜੀਤੇ ਜਗ ਜੀਤ, ਗੁਰੂ ਨਾਨਕ ਦੇਵ ਜੀ ਤਾਂ ਅੱਜ ਤੋਂ 500 ਸਾਲ ਪਹਿਲਾਂ ਕਹਿ ਗਏ। ਗੱਲ ਤਾਂ ਨਿੱਕੀ ਜਿਹੀ ਹੈ, ਮਨ ਜੀਤੇ ਜਗ ਜੀਤ। ਜੇ ਅਸੀਂ ਇਹਨੂੰ ਜਿੱਤ ਲਈਏ ਤਾਂ ਫਿਰ ਕਿਸੇ ਲੋਕਡਾਊਨ ਦੀ ਲੋੜ ਹੀ ਨਹੀਂ, ਫਿਰ ਇਹੋ ਜਿਹੀ ਬਿਮਾਰੀਆਂ ਹੋਣ ਹੀ ਨਾ। ਮਤਲਬ ਕਿ ਜੇ ਪ੍ਰੋਬਲਮ ਇਹ ਵੀ ਜਦੋਂ ਅਸੀਂ ਭੱਜ ਨੱਠ ਪੈਂਦੇ ਹਾਂ ਨਾ,
ਉਦੋਂ ਸ਼ਾਇਦ ਅਸੀਂ ਫਿਰ ਸਾਰਾ ਕੁਝ ਭੁੱਲ ਜਾਂਦੇ ਹਾਂ। ਕੀਰਤੀ ਲੋੜ ਹੈ ਫਿਰ ਮਤਲਬ ਕੁਦਰਤ ਨੇ ਸਾਨੂੰ ਦਿਖਾਇਆ ਵੀ ਤੁਸੀਂ ਸਮਝ ਜੋ 2-4 ਮਹੀਨਿਆਂ ਬਾਅਦ ਆਪਣੇ ਆਪ ਨੂੰ ਲੋਕਡਾਊਨ ਕਰੋ, ਆਪਦੇ ਅੰਦਰ ਝਾਤੀ ਮਾਰੋ। ਸੋ ਸਿਖਾਇਆ ਤਾਂ ਬਹੁਤ ਕੁਛ ਹੈ ਜੇ ਸਿੱਖੀਏ ਤਾਂ। ਨਹੀਂ, ਮੈਂ ਪਹਿਲੀ ਵਾਰੀ ਲੋਕਡਾਊਨ 'ਚ ਬੈਠ ਕੇ ਕਿਤਾਬਾਂ ਨਾਲ ਜੁੜਿਆ। ਖੈਰ ਕਿਤਾਬਾਂ ਨਾਲ ਮੈਂ ਪਹਿਲਾਂ ਵੀ ਜੁੜਿਆ, ਲੇਕਿਨ ਬਹੁਤ ਸਾਰੇ ਜਿਹੜੇ ਥੀਏਟਰ ਵਾਲੇ ਬੰਦੇ ਨੇ, ਥੀਏਟਰ ਵਾਲੇ ਦੋਸਤ ਨੇ, ਉਹ ਦੱਸਦੇ ਨੇ ਕਿ ਸਾਨੂੰ ਸਭ ਤੋਂ ਸੋਹਣਾ ਕੰਮ ਸਕ੍ਰਿਪਟ ਦੇ ਉੱਤੇ ਕੰਮ ਕਰਨ ਨੂੰ ਮਿਲਿਆ। ਅੰਦਰ ਬੈਠੇ ਅਸੀਂ ਕਿਉਂਕਿ ਪਰਫਾਰਮੈਂਸ ਤੇ ਕਹਿੰਦੇ ਸਕ੍ਰਿਪਟ ਬਹੁਤ ਵੱਡਾ ਹਿੱਸਾ ਹੁੰਦਾ। ਤੁਹਾਡੇ ਪਰਸਨਲ ਲਾਈਫ ਵੀ ਤੁਹਾਨੂੰ ਇਹਨਾਂ 3 ਮਹੀਨਿਆਂ 'ਚ ਕੁਝ ਲੱਭਿਆ, ਮਿਲਿਆ ਤੁਹਾਨੂੰ? ਬਿਲਕੁਲ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਦੋਂ ਤੁਸੀਂ ਪੁੱਛਿਆ ਸੀ, ਮੈਂ ਵੀ ਮੈਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਦਾ ਸੀਗਾ ਕਿਉਂਕਿ ਨੌਕਰੀ ਤੋਂ ਬਾਅਦ ਰਿਹਰਸਲ, ਸ਼ੋਜ਼, ਤੇ ਹੁਣ ਸਾਨੂੰ 3 ਮਹੀਨੇ ਦਾ ਸਮਾਂ ਮਿਲਿਆ ਸੀ। ਪੜ੍ਹਿਆ, ਕਾਫੀ ਸਕ੍ਰਿਪਟਾਂ ਪੜ੍ਹੀਆਂ, ਕਹਾਣੀਆਂ ਕਿਉਂਕਿ ਸਕ੍ਰਿਪਟਾਂ ਜੇ ਘੱਟ ਨੇ ਤਾਂ ਕਹਾਣੀਆਂ ਦੇ ਵਿੱਚੋਂ ਬਹੁਤ ਸਾਰੀਆਂ ਸਕ੍ਰਿਪਟਾਂ ਨਵੀਆਂ ਆਉਂਦੀਆਂ ਨੇ। ਮੈਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ, ਨਾਵਲ ਪੜ੍ਹੇ, ਬਹੁਤ ਸਾਰੀਆਂ ਸਵੈ ਜੀਵਨੀਆਂ ਪੜ੍ਹੀਆਂ। ਮਤਲਬ ਕਿ ਇੰਨਾ ਕੁਛ ਮੈਂ ਪਿਛਲੇ 5-7 ਸਾਲਾਂ 'ਚ ਨਹੀਂ ਪੜ੍ਹ ਸਕਿਆ ਜਿੰਨਾ ਮੈਂ 2-3 ਮਹੀਨਿਆਂ ਦੇ ਵਿੱਚ ਪੜ੍ਹਿਆ ਹੈਗਾ। ਤੇ ਖਾਸ ਤੌਰ ਤੇ ਮੈਂ ਦੇਖਿਆ, ਫਿਲਮਾਂ ਬੜੀਆਂ ਦੇਖੀਆਂ। ਮੈਂ ਫਿਲਮਾਂ ਦੇਖਣ ਦੱਸਦਾ ਸੀ, ਸਾਲਾਂ ਬੱਧੀ ਹੋ ਗਈ ਸੀ, ਮੈਂ ਫਿਲਮ ਨਹੀਂ ਦੇਖ ਸਕਿਆ ਸੀਗਾ। ਮੈਂ ਪ੍ਰੋਪਰ 2 ਮਹੀਨੇ ਲਗਾਤਾਰ ਫਿਲਮਾਂ ਬਹੁਤ ਦੇਖੀਆਂ, ਪੜ੍ਹਿਆ ਬਹੁਤ। ਮਤਲਬ ਕਿ ਜੇ ਪਰਸਨਲੀ ਮੈਂ ਦੇਖਾ ਤਾਂ ਮੈਨੂੰ ਬਹੁਤ ਫਾਇਦਾ ਹੋਇਆ। ਬਟ ਜਦੋਂ ਉਹੀ ਜੇ ਕਲਾਕਾਰ ਦੇ ਤੌਰ ਤੇ ਦੇਖਦੇ ਤਾਂ ਦੁੱਖ ਬੜਾ ਹੁੰਦਾ ਜਦੋਂ ਅਸੀਂ ਟੀਵੀ ਤੇ ਖਬਰਾਂ ਦੇਖਦੇ ਹਾਂ ਤੇ ਕਿਵੇਂ ਪ੍ਰਵਾਸੀ ਜਾ ਰਹੇ ਆ, ਕੁਛ ਭੁੱਖ ਨਾਲ ਮਰ ਰਹੇ ਆ, ਕਿੰਨਾ ਮਤਲਬ ਜੋ ਬੁਰੀਆਂ ਖਬਰਾਂ ਦੇਖ ਕੇ ਮਨ ਹੈ ਜਿਹੜਾ ਉਹ ਬੜਾ ਦੁੱਖ, ਫਿਰ ਸਾਨੂੰ ਆਪਦੇ ਸੁੱਖ ਭੁੱਲ ਜਾਂਦੇ ਹੈਗੇ। ਸਹੀ। ਕੀਰਤੀ, ਇੱਕ ਬਹੁਤ ਲਾਈਟ ਜਿਹਾ ਸਵਾਲ ਹੈ ਜੀ। ਵੈਸੇ ਤੇ ਸਾਡੇ ਘਰੇ ਜਿਹੜੀਆਂ ਔਰਤਾਂ ਕੰਮ ਕਰਦੀਆਂ ਨੇ ਉਹ ਵਿਚਾਰੀਆਂ ਸਾਰਾ ਸਾਲ ਹੀ ਕਿਚਨ 'ਚ ਰਹਿੰਦੀਆਂ ਨੇ। ਪਹਿਲੀ ਵਾਰੀ ਮਰਦ ਪ੍ਰਧਾਨ ਸਮਾਜ ਦੇ ਵਿੱਚ ਤੇ ਮਰਦਾਂ ਨੂੰ ਵੀ ਕਿਚਨ ਦੇ ਵਿੱਚ ਜਾ ਕੇ ਪਰਫਾਰਮੈਂਸ ਦੇਣ ਦਾ ਮੌਕਾ ਮਿਲਿਆ ਹੈਗਾ। ਤੁਸੀਂ ਵੀ ਕੋਈ ਏਦਾਂ ਦੀ ਐਕਸਪੈਰੀਮੈਂਟ ਕੀਤਾ ਕਿ ਜੀ ਅੱਜ ਪਕਵਾਨ ਮੈਂ ਬਣਾਉਂਗਾ ਜਾਂ ਅੱਜ ਖਾਣਾ ਮੈਨੂੰ ਦੇਖਦਾ ਮੈਂ, ਕੁਛ ਏਦਾਂ ਦਾ ਤੁਸੀਂ ਪਰਸਨਲ? ਹਾਂ, ਮੈਂ ਪਹਿਲਾਂ ਤਾਂ ਮੈਂ ਇਹ ਦੱਸਾਂ ਵੀ ਮੇਰੇ ਥੀਏਟਰ ਦੇ ਵਿੱਚ ਇਹਨਾਂ ਦਾ ਬੜਾ ਸਹਿਯੋਗ ਹੁੰਦਾ। ਮੇਰੀ ਵਾਈਫ ਦਾ ਵੀ, ਸੁਰਿੰਦਰ ਕੌਰ, ਮੇਰੇ ਬੇਟੇ ਗੁਰਨੂਰ ਦਾ, ਜਿਹੜਾ ਕਿ ਸਾਰੀ ਡਿਜ਼ਾਈਨਿੰਗ ਵਗੈਰਾ ਕਰਦਾ ਹੈ, ਤੇ ਪੂਰੀ ਸਾਡੀ ਟੀਮ ਜਿਹੜੀ ਨਾਟਯਮ ਦੀ, ਉਹਨਾਂ ਸਾਰੇ ਕਲਾਕਾਰਾਂ ਕਰਕੇ ਅਸੀਂ ਨਾਟਯਮ ਹੈ, ਇਕੱਲਾ ਮੈਂ ਹੈਗਾ। ਤੇ ਇਹਨਾਂ ਲੋਕਡਾਊਨ ਦੇ ਜਿਹੜਾ ਤੁਹਾਡਾ ਸਵਾਲ ਹੈ ਉਹਦਾ ਮੈਂ ਜਵਾਬ ਦੇਣ ਲੱਗਿਆ ਕਿ ਇਸ ਲੋਕਡਾਊਨ ਦੇ ਵਿੱਚ ਕਿਚਨ ਦੇ ਵਿੱਚ ਮਤਲਬ ਕਿ ਜ਼ਰੂਰੀ ਨਹੀਂ ਸੀਗਾ, ਪਰ ਸ਼ੌਂਕ ਦੇ ਨਾਲ ਕਦੇ ਚਾਹ ਬਣਾ ਲਈ ਜਾਂ ਕਦੇ ਪੂਰੀਆਂ ਨੂੰ ਮਨ ਕੀਤਾ ਤੇ ਉਹਦੇ ਨਾਲ ਹੈਲਪ ਜ਼ਰੂਰ ਕਰਾਈ। ਬਸ ਬੰਦਿਸ਼ ਕੋਈ ਨਹੀਂ ਸੀ। ਕਦੇ ਜੀ ਕਰਦਾ ਸੀ ਵੀ ਕਿਚਨ ਦੇ ਵਿੱਚ ਆਪਾਂ ਸਹਿਯੋਗ ਦੇ ਕੇ ਕੰਮ ਕਰ ਲਈਏ। ਤੋ ਮਨ ਦੇ ਨਾਲ, ਇੱਛਾ ਦੇ ਨਾਲ ਕਈ ਨਵੀਆਂ ਚੀਜ਼ਾਂ ਜਿਹੜੀਆਂ ਕਿ ਕਦੇ ਖਾਧੀਆਂ ਨਹੀਂ ਹੁੰਦੀਆਂ ਸੀਗੀਆਂ ਤੇ ਉਹ ਬਣਾ ਕੇ, ਮਤਲਬ ਕਿ ਆਪ ਨਹੀਂ ਬਣਾਈਆਂ ਗਿਆ। ਅੱਛਾ ਕੀਰਤੀ, ਮੇਰਾ ਸਵਾਲ ਫੇਰ ਉੱਤੇ ਆਊਗਾ ਵੀ ਕਦੀ ਜਾਂਦੇ ਹਾਂ ਅਸੀਂ ਰੈਗੂਲਰ ਡਿਊਟੀ ਕਿਉਂ ਨਹੀਂ ਦਿੰਦੇ? ਕਿਆ ਮਰਦ ਨੇ ਮਤਲਬ ਕਿਹਾ ਵੀ ਅਸੀਂ ਕਿਚਨ 'ਚ ਨਹੀਂ ਜਾਣਾ, ਅਸੀਂ ਵਾਸ਼ਿੰਗ ਮਸ਼ੀਨ ਕੋਲੇ ਨਹੀਂ ਜਾਣਾ, ਏਦਾਂ ਕਿਉਂ ਆਏ ਸਾਰਾ ਕੁਛ? ਨਹੀਂ, ਇਹ ਨਹੀਂ ਗੱਲ। ਐਕਚੁਅਲੀ ਲੋੜ ਨਹੀਂ ਮਹਿਸੂਸ ਹੁੰਦੀ ਗੀ ਕਦੇ। ਜਦੋਂ ਲੋੜ ਮਹਿਸੂਸ ਹੁੰਦੀ ਹੈ ਹੈਲਪ ਕਰਦੇ ਹੈਗੇ, ਬਟ ਰੈਗੂਲਰ ਲੋੜ ਨਹੀਂ। ਕਿਉਂਕਿ ਮੈਂ ਮਾਰਨਿੰਗ ਜਾਂਦਾ, ਮੰਨ ਲਓ ਮੈਂ ਆਪਦੀ ਗੱਲ ਕਰਦਾ ਹੈਗਾ, ਮੈਂ ਮਾਰਨਿੰਗ 5 ਵਜੇ ਉੱਠਦਾ, ਫਿਰ ਤਿਆਰ ਹੋ ਕੇ ਸਕੂਲ ਚਲੇ ਗਏ, ਸਕੂਲੋਂ ਵਾਪਸ ਆਏ, ਰਿਹਰਸਲ ਕੀਤੀਆਂ, ਰਾਤ ਨੂੰ 8-9 ਵਜੇ ਆਏ ਤੇ ਉਸ ਤੋਂ ਬਾਅਦ ਰੋਟੀ ਦਾ ਟਾਈਮ ਹੋ ਗਿਆ, ਪੜ੍ਹਨ ਮਾੜਾ ਮੋਟਾ ਪੜ੍ਹਦੇ ਤੇ ਫਿਰ ਸੌਂ ਗਏ। ਟਾਈਮ ਹੀ ਨਹੀਂ ਲੱਗਦਾ ਗਾ। ਜਿੱਦੇ ਕਿਤੇ ਛੁੱਟੀ ਹੁੰਦੀ ਉਹਦੇ ਆਪ ਹੀ ਕਹਿੰਦੇ ਅੱਜ ਬਾਹਰ ਖਾਣਾ ਖਾਂਦੇ ਆ ਜਾਂ ਬਾਹਰ ਘੁੰਮਦੇ ਆ ਜਾਂ ਇੱਧਰ ਉੱਧਰ ਚਲੇ ਜਾਈਏ। ਇਸ ਕਰਕੇ ਕਦੇ ਬੰਦਿਸ਼ ਨਹੀਂ ਹੋਏਗੀ। ਇੱਕ ਮਾੜਾ ਮੋਟਾ ਚਾਹ ਪਾਣੀ ਤਾਂ ਅੱਗੇ ਵੀ ਮਾੜਾ ਮੋਟਾ ਬਣਾ ਲਈਦਾ ਹੈ। ਚਲੋ ਮੈਂ ਹੁਣ ਵਾਪਸ ਤੁਹਾਡੇ, ਕਿਉਂਕਿ ਤੁਸੀਂ ਸ਼ੌਕ ਵਜੋਂ ਥੀਏਟਰ ਕਰਦੇ ਹੋ, ਕਿੱਤੇ ਵਜੋਂ ਤੁਸੀਂ ਅਧਿਆਪਕ ਹੋ, ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਪੜ੍ਹਾਉਂਦੇ ਹੋ ਜੀ। ਤੁਸੀਂ ਬੱਚਿਆਂ ਨਾਲ ਜੁੜਦੇ ਹੋ, ਸਕੂਲ ਦੇ ਬੱਚਿਆਂ ਨਾਲ ਜੁੜਦੇ ਆ। ਕਹਿੰਦੇ ਵੀ ਜਿਹੜੇ ਬੱਚੇ ਆ ਉਹ ਕਲਾ ਲਈ, ਮਤਲਬ ਇਸ ਕਿਸਮ ਦੀਆਂ ਸਿਨਫ ਲਈ ਉਹ ਨਰਸਰੀ ਆ। ਤੁਸੀਂ ਜਿੰਨਾ ਵਧੀਆ ਗਾਈਡ, ਮੈਂ ਉਹ ਜੋ ਪਲੇ ਹੋ ਰਿਹਾ ਸੀ ਉਹਦੇ ਵਿੱਚ ਮੈਂ ਪਾਸ਼ ਦੀਆਂ ਲਾਈਨਾਂ ਸੁਣ ਰਿਹਾ ਸੀ, ਉਹ ਸਭ ਤੋਂ ਖਤਰਨਾਕ ਹੁੰਦਾ, ਸਭ ਤੋਂ ਖਤਰਨਾਕ ਘੜੀ ਹੁੰਦੀ ਹੈ, ਗੁੱਟ ਤੇ ਚੱਲਦੀ ਹੋਈ ਖੜੀ ਹੁੰਦੀ ਹੈ, ਵਗੈਰਾ ਵਗੈਰਾ। ਮੈਂ ਕਹਿੰਦਾ ਵੀ ਜਿਹੜੀ ਸਾਡੀ ਨਰਸਰੀ ਆ, ਜਿਹੜਾ ਸਾਡਾ ਤਬਕਾ ਹੇਠਲਾ, ਜਿੱਥੋਂ ਬੱਚੇ ਨੇ ਥੀਏਟਰ ਔਰ ਕਲਾ ਔਰ ਕਲਾਕਾਰੀ ਔਰ ਅਦਾਕਾਰੀਆਂ ਸਿੱਖਣੀਆਂ ਹੁੰਦੀਆਂ, ਤੁਸੀਂ ਕਿੰਨੇ ਕੁ ਸੈਟਿਸਫਾਈਡ ਹੋ ਇਸ ਅੱਜ ਦੇ ਯੁੱਗ ਦੇ ਜਿਹੜੇ ਬੱਚੇ ਨੇ, ਜਿਹੜੇ ਸਾਰਾ ਦਿਨ ਫੋਨ ਤੇ ਨਵੇਂ ਕਲਾਕਾਰ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਇਹ ਉਸ ਕਿਸਮ ਦਾ ਬਹੁਤ ਚਲੰਤ ਜੇ ਗੀਤ ਨੇ, ਮਤਲਬ ਸਿਰਫ ਗੰਭੀਰਤਾ ਘੱਟ ਆ। ਕਿਆ ਬੱਚਿਆਂ ਚੋਂ ਤੁਸੀਂ ਕੋਈ ਉਮੀਦ ਦੇਖਦੇ ਹੋ ਥੀਏਟਰ ਨੂੰ ਲੈ ਕੇ, ਪੰਜਾਬੀ ਦੇ ਹੋਰ ਬਾਕੀ ਕਲਾ ਨੂੰ ਲੈ ਕੇ, ਚਿੱਤਰਕਲਾ ਨੂੰ ਲੈ ਕੇ, ਗਾਇਕੀ ਨੂੰ,
ਲੇਖਕ ਹੋ ਜਿਹੜਾ ਸਾਹਿਤ ਨੂੰ ਲੈ ਕੇ? ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਜਵਾਬ ਦੇਵਾਂ। ਜਦੋਂ ਮੈਂ ਜੌਬ ਦੇ ਵਿੱਚ ਆਇਆ ਹੈਗਾ, ਫਸਟ ਡੇ ਮੈਂ ਡੋਰ ਪਿੰਡ ਹੈ ਸਾਡੇ ਬਾਜੇਖਾਨੇ ਦੇ ਨਾਲ, ਜੈਤੋ ਤੋਂ 20 ਕਿਲੋਮੀਟਰ ਹੈ, ਉੱਥੇ ਮੇਰੀ ਪਹਿਲੀ ਪੋਸਟਿੰਗ ਸੀਗੀ। ਤੇ ਉੱਥੇ ਜਦੋਂ ਮੈਂ ਜਾ ਕੇ ਜੁਆਇਨ ਕੀਤਾ ਤੇ ਸਾਡੇ ਜੋ ਹੈਡ ਸੀਗੇ ਉਹਨਾਂ ਨਾਲ ਗੱਲਬਾਤ ਹੋਈ, ਤਾਂ ਮੈਂ ਉਹਨੂੰ ਦੱਸਿਆ ਕਿ ਮੈਂ ਇਸ ਤਰੀਕੇ ਥੀਏਟਰ ਦੇ ਵਿੱਚ ਹਾਂ। ਉਹਨਾਂ ਦਾ ਪਹਿਲਾ ਉੱਤਰ ਸੀਗਾ ਅਸੀਂ ਨਹੀਂ ਮੰਨਦੇਗੇ। ਤੇ ਮੈਂ ਫੇਰ, ਤੇ ਕਿਉਂਕਿ ਮੇਰਾ ਕੱਦ ਵੀ ਨਿੱਕਾ ਜਿਹਾ ਹੈ ਤੇ ਦੇਖਣ ਚ ਮੈਂ ਲੱਗਦਾ ਵੀ ਨਹੀਂ ਕੋਈ ਨਾਟਕ ਕਰਦਾ ਹੋਊਗਾ, ਤੇ ਉਹ ਕਹਿੰਦੇ ਅਸੀਂ ਨਹੀਂ ਮੰਨਦੇ। ਮੈਂ ਫਿਰ ਮਤਲਬ ਤੁਹਾਡਾ ਕੀ? ਉਹ ਕਹਿੰਦੇ ਕਰਵਾ ਕੇ ਦਿਖਾ ਬੱਚਿਆਂ ਨੂੰ। ਤੇ ਤੁਸੀਂ ਯਕੀਨ ਮੰਨੋ, ਮੈਂ ਪਹਿਲੇ ਦਿਨ ਹੀ ਜਾ ਕੇ, ਮੈਂ ਮਤਲਬ ਖੁਸ਼ਕਿਸਮਤ ਹਾਂ ਇਸ ਗੱਲੋਂ ਕਿ ਮੈਂ ਪਹਿਲੇ ਦਿਨ ਜਾ ਕੇ ਰਿਹਰਸਲ ਸ਼ੁਰੂ ਕਰਵਾਈ ਬੱਚਿਆਂ ਨੂੰ। ਤੇ ਉਹਨਾਂ ਬੱਚਿਆਂ ਨੇ ਮੈਨੂੰ ਇੰਨੀ ਵੱਡੀ ਮਤਲਬ ਕਿ ਨਾਟਯਮ ਰੰਗਮੰਚ ਦੇ ਵਿੱਚ ਨਾਮ ਦਿੱਤਾ। ਉਹਨਾਂ ਬੱਚਿਆਂ ਨੇ, ਪਿੰਡ ਦੇ ਉਹਨਾਂ ਬੱਚਿਆਂ ਨੇ, ਉਹਨਾਂ ਵੇਲਿਆਂ ਦੇ ਵਿੱਚ ਇੰਨਾ ਉਹ ਨਾ ਤਾਂ ਇਹ ਸੀਗਾ ਆਪਣਾ ਨੈਟ ਸੀਗਾ, ਨਾ ਮੋਬਾਈਲ ਸੀਗਾ, ਉਹ ਯੁੱਗ ਹੈ ਨਹੀਂ ਸੀਗਾ। ਅੱਜ ਤੋਂ 20 ਸਾਲ 22 ਸਾਲ ਪਹਿਲਾਂ ਦੀ ਗੱਲ ਹੈ। ਤੋ ਬੱਚਿਆਂ ਦਾ ਟੈਲੈਂਟ ਬਹੁਤ ਸੀਗਾ। ਤੇ ਉਹਨਾਂ ਬੱਚਿਆਂ ਨੇ ਕਮਾਲ ਦਾ ਨਾਟਕ ਕੀਤਾ ਜੀ, ਕੁੜੀਆਂ ਨੇ ਮੁੰਡਿਆਂ ਨੇ। ਤੇ ਮੇਰੀ ਪੱਕੀ ਟੀਮ ਬਣ ਗਈ ਸੀ ਉੱਥੋਂ। ਤੇ ਪੂਰੇ ਪੰਜਾਬ ਦੇ ਵਿੱਚ ਉਹਨੇ ਰੱਬਾ ਰੱਬਾ ਮੀਂਹ ਵਰਸਾ ਨਾਟਕ ਕੀਤਾ ਸੀਗਾ, ਜਿਹੜਾ ਕਿ ਪ੍ਰਿੰਸ ਕਮਲਜੀਤ ਸਿੰਘ ਦਾ ਲਿਖਿਆ ਹੋਇਆ ਸੀਗਾ। ਪੂਰੇ ਪੰਜਾਬ ਦੇ ਵਿੱਚ ਅਸੀਂ 200-250 ਸ਼ੋਅ ਕੀਤੇ, ਉਹਦੇ ਬਾਕਮਾਲ ਸ਼ੋਅ ਸੀ। ਤੇ ਉਸ ਨਾਟਕ ਨੇ ਰੰਗਮੰਚ ਦੇ ਵਿੱਚ ਮੇਰੀ ਪਛਾਣ ਬਣਾਈ। ਇਸ ਤਰੀਕੇ ਮੇਰੇ ਨਾਲ ਇਹ ਬੱਚੇ ਜੁੜਦੇ ਗਏ ਤੇ ਲਗਾਤਾਰ ਮੈਂ 19 ਸਾਲ ਉਹਨਾਂ ਨੂੰ ਨਾਟਕ ਕਰਵਾਇਆ। ਤੇ ਜਿੱਥੋਂ ਤੱਕ ਅੱਜ ਦੀ ਗੱਲ ਹੈਗੀ ਹੈ, ਅੱਜ ਬੱਚਿਆਂ ਦੇ ਵਿੱਚ ਜੀ ਤਾਂ ਉਹਨਾਂ ਨਾਲ ਕਰਦਾ ਹੈ ਕਿ ਅਸੀਂ ਨਾਟਕ ਕਰੀਏ, ਅਸੀਂ ਚਿੱਤਰਕਲਾ ਵੀ ਕਰੀਏ, ਬਟ ਜਿਹੜਾ ਸਟੱਡੀ ਦਾ ਬੋਝ ਹੈ, ਇਕੱਲੇ ਪ੍ਰਾਈਵੇਟ ਸਕੂਲਾਂ 'ਚ ਨਹੀਂ, ਪਿਛਲੇ 4-5 ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਇੰਨਾ ਬੋਝ ਪਾਤਾ, ਕੋਈ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਰੀਏ ਕੀ। ਕੰਪੀਟੀਸ਼ਨ, ਕੱਲ ਨੂੰ ਕੰਪੀਟੀਸ਼ਨ ਹੈ, ਕੋਈ ਤਿਆਰੀ ਨਹੀਂ ਗੀ, ਤੇ ਫਿਰ ਉਹ ਰਹਿ ਗਈ ਫਾਰਮੈਲਿਟੀ। ਉਸ ਫਾਰਮੈਲਿਟੀ ਦੇ ਵਿੱਚ ਅਸੀਂ ਬਿਲਕੁਲ ਪਿੱਛੇ ਹਟ ਜਾਂਦੇ। ਮਤਲਬ ਕਿ ਬੱਚਿਆਂ ਦਾ ਜੀ ਕਰਦਾ, ਬਟ ਉਹਨਾਂ ਕੋਲ ਸਮਾਂ ਨਹੀਂ ਹੈ। ਅੱਛਾ, ਦੂਸਰਾ ਮੇਰਾ ਸਮਾਂ ਦਾ ਮਸਲਾ ਜਾਂ ਵਕਤ ਦੀ ਜਿਹੜੀ ਦੇਣ ਆ, ਜਾਂ ਟੀਚਰ ਪੇਰੈਂਟਸ ਬੱਚਿਆਂ ਨੂੰ ਕੀ ਬਣਾ ਰਹੇ ਆ। ਮੈਂ ਇੱਕ ਛੋਟੀ ਜਿਹੀ ਕੋਟੇਸ਼ਨ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਮੈਂ ਇੱਕ ਗੁਰੂਦੇਵ ਰਵਿੰਦਰਨਾਥ ਟੈਗੋਰ ਦੇ ਉੱਤੇ ਇੱਕ ਕਿਤਾਬ ਪੜ੍ਹ ਰਿਹਾ, ਤਾਂ ਇੱਕ ਪਰਸਨ ਕੋਈ ਪੰਜਾਬ ਦਾ ਉੱਥੇ ਜਾਂਦਾ, ਔਰ ਉਸੇ ਦਾ ਹੀ ਉਹ ਸਫ਼ਰਨਾਮਾ, ਅਮਰ ਭਾਰਤੀ ਨਾਮ ਦਾ ਇਹ ਲੇਖਕ ਹੈ। ਉਹ ਪੁੱਛਦਾ ਗੁਰੂਦੇਵ ਨੂੰ ਕਿ ਗੁਰੂਦੇਵ ਤੁਸੀਂ ਇਹ ਕੀ ਬਣਾ ਰਹੇ ਹੋ, ਸ਼ਾਂਤੀ ਨਿਕੇਤਨ ਸਕੂਲ ਕੀ ਬਣਾ ਰਹੇ ਹੋ, ਜਦ ਕਿ ਸਕੂਲ ਆਲਰੇਡੀ ਇੰਨੇ ਖੁੱਲੇ ਹੋਏ ਨੇ। ਉਹ ਕਹਿੰਦਾ ਵੀ ਨਹੀਂ, ਜਿਹੜੇ ਸਕੂਲ ਨੇ ਉਹ ਅਸਲ 'ਚ ਫੈਕਟਰੀਆਂ ਨੇ, ਕਾਰਖਾਨੇ ਨੇ, ਖਪਤ ਦਾ ਸਮਾਨ ਤਿਆਰ ਹੋ ਰਿਹਾ, ਜਿਹਨੂੰ ਆਪਾਂ ਕਹਿੰਦੇ ਵੀ ਬੱਚੇ ਸਕੂਲ ਟਿਊਸ਼ਨ ਨੱਠਾ ਭੱਜੀ ਇਹ ਉਹ ਸਾਰਾ ਕੁਛ। ਚਲੋ ਇਹ ਤਾਂ ਹੈ। ਦੂਸਰੇ ਪਾਸੇ ਜਦੋਂ ਕੋਈ ਥੀਏਟਰ ਕਰਦਾ ਬੰਦਾ, ਤਾਂ ਮਾਂ ਬਾਪ ਇਹ ਕਹਿੰਦਾ, ਭਾਵੇਂ ਜਿੰਨੀ ਮਰਜ਼ੀ ਕਲਾ ਹੋਵੇ ਜਾਂ ਜਿੰਨਾ ਮਰਜ਼ੀ ਹੁਨਰ ਹੋ, ਕਿ ਯਾਰ ਤੂੰ ਰੰਗਮੰਚ ਕਰਕੇ ਭੁੱਖਾ ਮਰੇਗਾ। ਜੀ ਜਮਾ ਠੀਕ ਹੈ। ਔਰ ਰੰਗਮੰਚ ਵਾਲੇ ਜੇ ਉਹਨਾਂ ਨਾਲ ਗੱਲ ਕਰੇ, ਉਹ ਕਹਿੰਦੇ ਯਾਰ ਭਾਵੇਂ ਭੁੱਖੇ ਮਰ ਜੀਏ, ਪਰ ਜਿਹੜਾ ਆਨੰਦ ਹੈ ਉਹ ਸ਼ਾਇਦ ਕੋਈ ਵੱਡੀ ਪੋਸਟ ਜਾਂ ਆਫਿਸਰ ਦੀ ਪੋਸਟ ਵਿੱਚ ਨਹੀਂ ਹੈਗਾ। ਘਰ ਤਮਾਸ਼ਾ ਦੇਖਣ ਦਾ ਆਪਦਾ ਆਨੰਦ ਹੈ। ਇਹ ਆਨੰਦ ਮਤਲਬ ਤੁਹਾਨੂੰ ਕਿਆ ਕਦੀ ਕਦੀ ਲੱਗਦਾ ਯਾਰ ਅਸੀਂ ਆਹ ਹੁੰਦੇ ਜਾਂ ਆਹ ਹੁੰਦੇ, ਜਾਂ ਥੀਏਟਰ ਕਰਦੇ ਆ ਇਹ ਲੱਗਦਾ ਨਹੀਂ ਯਾਰ ਜੋ ਥੀਏਟਰ ਕਰਦੇ ਆ ਉਹ ਥੀਏਟਰ ਹੀ ਹੈ? ਬਿਲਕੁਲ ਸਹੀ ਹੈ। ਪਹਿਲੀ ਗੱਲ ਤਾਂ ਰਵਿੰਦਰਨਾਥ ਟੈਗੋਰ ਜੀ ਦੀ ਜੋ ਗੱਲ ਤੁਸੀਂ ਉਦਾਹਰਨ ਦਿੱਤੀ, ਮੈਂ ਉਹਦਾ 100% ਸਹਿਮਤ ਹਾਂ ਕਿ ਅੱਜ ਸਕੂਲ ਨਹੀਂ ਹੈ, ਉਹਨਾਂ ਦੇ ਖਤਮ ਹੁੰਦੀਆਂ ਜਾ ਰਹੀਆਂ। ਜੇ ਰੁਚੀ ਹੈ ਤਾਂ ਇੱਕ ਸਟਾਰਡਮ ਦੀ ਹੈ ਕਿ ਦਿਨਾਂ ਦੇ ਅਸੀਂ ਸਟਾਰ ਹੋ ਗਈ, ਜਿਹਦੇ ਵਿੱਚ ਟਿਕਟੌਕ ਪੈਦਾ ਹੋਇਆ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਪੇਰੈਂਟਸ ਵੀ ਰੋਕਦੇ ਆ ਕਿ ਥੀਏਟਰ ਦੇ ਵਿੱਚੋਂ ਕੀ ਮਿਲਣਾ ਭੁੱਖਮਰੀ ਤੋਂ ਬਿਨਾਂ। ਪਰ ਭੁੱਖਮਰੀ ਦੇ ਵਿੱਚ ਜੋ ਆਨੰਦ ਆਉਂਦਾ ਹੈਗਾ, ਭੁੱਖਮਰੀ ਚੋਂ ਨਹੀਂ, ਥੀਏਟਰ ਕਰਕੇ ਅਸੀਂ ਮਹੀਨਾ ਰਿਹਰਸਲਾਂ ਕਰਦੇ ਹਾਂ, 2 ਮਹੀਨੇ ਰਿਹਰਸਲਾਂ ਕਰਦੇ ਹਾਂ, ਤੇ ਲੜਦੇ ਵੀ ਹੈ ਇੱਕ ਦੂਜੇ ਨਾਲ। ਤੇ ਪਰ ਜਦੋਂ ਨਾਟਕ ਦਾ ਸ਼ੋਅ ਹੋ ਜਾਂਦਾ ਹੈ, ਸਮਝੋ ਆਨੰਦ ਆਉਂਦਾ ਹੈ, ਉਹਦੇ ਮੱਥੇ ਕਰੋੜਾਂ ਰੁਪਏ ਫਿੱਕੇ ਹੁੰਦੇ ਹੈਗੇ। ਇਹ ਗੱਲ ਜਮਾਂ ਸਹੀ ਹੈ, ਮੈਂ ਇਸ ਨਾਲ ਸਹਿਮਤ ਹਾਂ। ਤੇ ਮੈਨੂੰ ਵੀ ਇਹ ਲੱਗਦਾ ਹੁੰਦਾ ਵੀ ਜਦੋਂ ਮੈਂ ਪ੍ਰੋਡਕਸ਼ਨ ਕਰਦਾ, ਸ਼ੋਅ ਕਰਦਾ ਸਟੇਜ ਤੇ, ਉਹ ਘੜੀ ਮੇਰੇ ਲਈ ਤੋਂ ਸਫਲ ਘੜੀ ਤੇ ਵਧੀਆ ਘੜੀ ਹੁੰਦੀ ਹੈ।
ਥੈਂਕ ਯੂ ਕੀਰਤੀ ਜੀ, ਥੈਂਕ ਯੂ ਗੁਰਵਿੰਦਰ, ਔਰ ਸਾਡੇ ਨਾਲ ਜੁੜਨ ਵਾਲੇ ਦਰਸ਼ਕ, ਬਹੁਤ ਸਾਰੇ ਆਰਟਿਸਟ ਲੋਕ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਔਰ ਥੈਂਕ ਯੂ ਸੋ ਮਚ। ਮੇਰੇ ਖਿਆਲ ਚ ਕੱਲ ਨੂੰ ਅਸੀਂ ਇੱਕ ਅਗਲੀ ਲੜੀ ਲੈ ਕੇ ਆਵਾਂਗੇ, ਜਿਹਦੇ ਵਿੱਚ ਇੱਕ ਹੋਰ ਥੀਏਟਰ ਪਰਸਨੈਲਿਟੀ ਨੂੰ ਅਸੀਂ ਤੁਹਾਡੇ ਰੂਬਰੂ ਕਰਾਂਗੇ ਔਰ ਉਹਦੇ ਵਿੱਚ ਵੀ ਸਵਾਲ ਹੋਣਗੇ। ਜੇ ਇਸ ਤਰ੍ਹਾਂ ਦੀ ਟੈਕਨੀਕਲ ਪ੍ਰੋਬਲਮ ਨਹੀਂ ਆਏਗੀ, ਸ਼ਾਇਦ ਸਾਡਾ ਬੜਾ ਸਮੂਥ ਹੋ ਜਾਏਗਾ, ਕਿਉਂਕਿ ਇਹ ਨੈਟ ਦੀ ਪ੍ਰੋਬਲਮ ਜਿਹੜਾ ਟੈਂਪਰੇਰੀ ਜਿਹੜੀ ਹੈਗੀ ਆ। ਥੈਂਕ ਯੂ ਸੋ ਮਚ। ਜੀਵਨ ਇਹ ਲੋਕ ਜਿਹੜੇ ਥੀਏਟਰ ਕਰਦੇ ਨੇ, ਰੰਗਮੰਚ ਕਰਦੇ ਨੇ, ਜੀਵਨ ਪੰਜਾਬੀ, ਜੀਵਨ ਪੰਜਾਬ, ਪੰਜਾਬ ਸਾਡਾ ਵਸਦਾ ਰਵੇ, ਇੱਧਰਲਾ ਹੋਵੇ ਉੱਧਰਲਾ ਹੋਵੇ, ਰੰਗਮੰਚ ਵਸਦਾ ਰਵੇ, ਅਦਾਕਾਰੀਆਂ ਵਸਦੀਆਂ ਰਹਿਣ, ਕਲਾਕਾਰੀਆਂ ਵਸਦੀਆਂ ਰਹਿਣ ਔਰ ਇਨਸ਼ਾਅੱਲਾ ਇਹ ਸਾਰੀ ਜਿਹੜੀ ਅੱਛੀ ਜ਼ਿੰਦਗੀ ਔਰ ਵਧੀਆ ਜ਼ਿੰਦਗੀ ਜੀਣ ਦੀ ਜਿਹੜੀ ਸਿਨਫ ਸਾਨੂੰ ਮਿਲੀ ਆ ਉਹ ਬਣੀ ਰਹੇ। ਥੈਂਕ ਯੂ ਸੋ ਮਚ। ਮੈਂ ਡਾਕਟਰ ਬਲਵਿੰਦਰ, ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ। ਥੈਂਕ ਯੂ।
ਪੰਚ ਨਦ ਦਾ ਪਾਣੀ